ਕੁਛ ਦਿਨ ਤੋਂ ਡੇਰਾ ਪਰਮੇਸ਼ਵਰ ਦੁਆਰ ਦੇ ਜਿਹੜੇ ਮੁਖੀ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ, ਉਹਨਾਂ ਦੇ ਕਈ ਗੱਲਾਂ 'ਤੇ ਮਤਲਬ ਕੋਈ ਬਿਆਨ ਆ ਰਹੇ ਆ, ਜਿਵੇਂ ਕਿ ਹੁਣ ਕਿਸਾਨ ਅੰਦੋਲਨ 'ਤੇ ਵੀ ਉਹਨਾਂ ਦਾ ਆਇਆ ਬਿਆਨ, ਕੁਛ ਉਹ ਲੰਗਰਾਂ ਵਾਲੇ ਵੀ ਬੋਲ ਰਹੇ ਆ। ਅਤੇ ਇਸ ਤੋਂ ਇਲਾਵਾ ਉਹਨਾਂ ਨੇ ਪਿਛਲੇ ਸਮਿਆਂ ਵਿੱਚ ਕਈ ਮਸਲਿਆਂ 'ਤੇ ਆਪਣੇ ਮਤਲਬ ਜਿਹੜਾ ਉਹ ਉੱਥੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਿਵੇਂ ਕਿ ਹੁਣ ਦੇਖਦੇ ਪਏ ਹਾਂ ਕਿ ਕੁਛ ਦਿਨ ਤੋਂ ਡੇਰਾ ਪਰਮੇਸ਼ਵਰ ਦੁਆਰ ਦੇ ਜਿਹੜੇ ਮੁਖੀ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ, ਉਹਨਾਂ ਦੇ ਕਈ ਗੱਲਾਂ 'ਤੇ ਮਤਲਬ ਕੋਈ ਬਿਆਨ ਆ ਰਹੇ ਆ, ਜਿਵੇਂ ਕਿ ਹੁਣ ਕਿਸਾਨ ਅੰਦੋਲਨ 'ਤੇ ਵੀ ਉਹਨਾਂ ਦਾ ਆਇਆ ਬਿਆਨ, ਕੁਛ ਉਹ ਲੰਗਰਾਂ ਵਾਲੇ ਵੀ ਬੋਲ ਰਹੇ ਆ। ਅਤੇ ਇਸ ਤੋਂ ਇਲਾਵਾ ਉਹਨਾਂ ਨੇ ਪਿਛਲੇ ਸਮਿਆਂ ਵਿੱਚ ਕਈ ਮਸਲਿਆਂ 'ਤੇ ਆਪਣੇ ਮਤਲਬ ਜਿਹੜਾ ਉਹ ਉੱਥੇ ਆਪਣਾ ਪ੍ਰਵਚਨ ਸਿਰਜਦੇ ਹੈ, ਉਹਦੇ ਵਿੱਚ ਕਈ ਗੱਲਾਂ ਉਹਨਾਂ ਨੇ ਕੀਤੀਆਂ। ਪਿਛਲੇ ਸਾਲ ਵੀ ਉਹਨਾਂ ਦਾ ਇੱਕ ਬਿਆਨ ਆਇਆ ਸੀ, ਜਦੋਂ ਉਹਨਾਂ ਨੇ ਇਮਾਰਤਾਂ ਬਾਰੇ ਕੁਝ ਕਿਹਾ ਸੀਗਾ ਅਤੇ ਹਰਿਮੰਦਰ ਸਾਹਿਬ ਨੂੰ ਇੱਕ ਆਮ ਇਮਾਰਤ ਅਤੇ ਆਮ ਸਰੋਵਰ ਦੱਸਿਆ ਸੀਗਾ। ਆਪਾਂ ਉਹਨਾਂ ਦਾ ਮਤਲਬ ਲਫ਼ਜ਼ਾਂ ਦਾ ਲਿਹਾਜ਼ ਕਰਦੇ ਹੋਏ, ਮਤਲਬ ਬਿਨਾਂ ਕਿਸੇ ਭੱਦੀ ਸ਼ਬਦਾਵਲੀ ਤੋਂ ਇੱਕ ਇੱਕ ਕਰਕੇ ਉਹਨਾਂ ਵੱਲੋਂ ਜੋ ਪ੍ਰਵਚਨ ਸਿਰਜਿਆ ਗਿਆ ਸੀ ਉਹਦਾ ਜਵਾਬ ਦੇਵਾਂਗੇ। ਅਤੇ ਉਹ ਵੀ ਮਤਲਬ ਇੱਕ ਸਹਿਜ ਲਿਹਾਜ਼ ਕਰਦੇ ਹੋਏ ਅਤੇ ਇੱਕ ਆਪਣੇ ਨੋਰਮਲ ਅੰਦਾਜ਼ ਦੇ ਵਿੱਚ ਆਪਾਂ ਗੱਲ ਕਰਾਂਗੇ। ਅਤੇ ਇਹਨਾਂ ਜੋ ਆਪਾਂ ਸਵਾਲਾਂ ਦੇ ਜਵਾਬ ਦੇਵਾਂਗੇ ਅਤੇ ਆਸ ਕਰਾਂਗੇ ਕਿ ਉਹ ਜਵਾਬ ਦੇਣ। ਪਿਛਲੇ ਸਾਲ ਉਹਨਾਂ ਨੇ ਕਿਹਾ ਸੀਗਾ ਕਿ ਹਰਿਮੰਦਰ ਸਾਹਿਬ ਇੱਕ ਆਮ ਇਮਾਰਤ ਹੈ ਅਤੇ ਉਹ ਸਰੋਵਰ ਆਮ ਇਮਾਰਤ ਹੈ। ਪਤਾ ਨਹੀਂ ਉਹਨਾਂ ਦਾ ਕੰਟੈਕਸਟ ਕੀ ਸੀਗਾ, ਪਰ ਕੋਈ ਵੀ ਧਾਰਮਿਕ ਇਮਾਰਤ ਜਿਹੜੀ ਹੁੰਦੀ ਹੈ, ਜੇਕਰ ਉਹਨਾਂ ਨੇ ਇਤਿਹਾਸ ਪੜ੍ਹਿਆ ਹੋਵੇ ਦੁਨੀਆ ਦਾ, ਹਾਲਾਂਕਿ ਅੱਜ ਤੱਕ ਜੋ ਉਹਨਾਂ ਦੀ ਗੱਲਬਾਤ ਦੇਖੀ ਹੈ ਉਹਦੇ ਵਿੱਚੋਂ ਇਹ ਸਾਫ਼ ਗੱਲ ਦਿਖਦੀ ਹੈ ਕਿ ਉਹਨਾਂ ਨੇ ਨਾ ਤਾਂ ਕੋਈ ਇਤਿਹਾਸ ਦੀ ਜਾਣਕਾਰੀ ਹੈ, ਨਾ ਹੀ ਉਹਨਾਂ ਨੂੰ ਕਸਟਮ ਦੀ ਜਾਣਕਾਰੀ ਹੈ, ਨਾ ਹੀ ਉਹਨਾਂ ਨੂੰ ਸਪਿਰਿਚੁਅਲ ਤੌਰ 'ਤੇ ਕੋਈ ਜਾਣਕਾਰੀ ਹੈਗੀ। ਇੱਕ ਰਿਜਿਡ ਜਿਹਾ ਗਿਆਨ ਹੈ ਵੀ ਜਿਹੜਾ 10ਵੀਂ 12ਵੀਂ ਦਾ ਜਵਾਕ ਵੀ ਜਦੋਂ ਨਵਾਂ ਤਰਕਸ਼ੀਲ ਬਣਦਾ ਹੈ ਉਸ ਪੱਧਰ ਦੀ ਗੱਲ ਕਰਦੇ ਆ। ਉਹਨਾਂ ਦਾ ਇਹਨੇ ਕਿਹਾ ਸੀਗਾ ਵੀ ਬਾਕੀ ਇਮਾਰਤਾਂ ਵਾਂਗ ਹੀ ਹੈ ਹਰਿਮੰਦਰ ਸਾਹਿਬ। ਤਾਂ ਆਪਾਂ ਦੁਨੀਆ ਦੇ ਵਿੱਚ ਵੱਖੋ ਵੱਖ ਇਮਾਰਤਾਂ ਦੀ ਗੱਲ ਕਰਦੇ ਹਾਂ, ਜਾਂ ਕਿਸੇ ਧਰਮ ਦੀ ਹੈ ਜਿਹੜੀ ਉਹਦੀ ਧਾਰਮਿਕ ਥਾਂ ਹੈ, ਜਿਹੜੀ ਉਹਦੀ ਸਰਵਉੱਚ ਜਗ੍ਹਾ ਹੁੰਦੀ ਹੈ, ਉਹ ਕਦੇ ਵੀ ਆਮ ਨਹੀਂ ਹੋ ਸਕਦੀ। ਜੇਕਰ ਇਸ ਤਰ੍ਹਾਂ ਹੁੰਦਾ ਤਾਂ ਦੁਨੀਆ ਵਿੱਚ 2-4 ਹਜ਼ਾਰ ਸਾਲ ਤੋਂ ਜਿਹੜੀ ਲੜਾਈ ਚੱਲੀ ਆ ਰਹੀ ਹੈ ਹੁਣ ਦੇ ਵਰਲਡ ਆਰਡਰ ਤੱਕ, ਉਹ ਮਤਲਬ ਲਗਾਤਾਰਤਾ ਵਿੱਚ ਨਹੀਂ ਚੱਲਣੀ ਸੀ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਯਰੂਸ਼ਲਮ ਵਿੱਚ ਪਿਛਲੇ 2-2.5 ਹਜ਼ਾਰ 3 ਹਜ਼ਾਰ ਸਾਲ ਤੋਂ ਲੜਾਈ ਚੱਲਦੀ ਆ ਰਹੀ ਹੈ। ਉਸ ਤੋਂ ਬਾਅਦ ਉਹਦੇ ਵਿੱਚ ਵੱਖਰੇ ਵੱਖਰੇ ਕਬੀਲਿਆਂ ਤੋਂ ਬਾਅਦ ਕ੍ਰਿਸ਼ਨਾ ਦੇ ਵਿੱਚ ਵੀ ਲੜਾਈ ਰਹੀ, ਕ੍ਰਿਸ਼ਨਾ ਅਤੇ ਯਹੂਦੀਆਂ ਦੇ ਵਿੱਚ। ਫਿਰ ਉਸ ਤੋਂ ਬਾਅਦ ਮੁਸਲਮਾਨਾਂ ਅਤੇ ਬਾਕੀਆਂ ਵਿੱਚ ਵੀ ਲੜਾਈ ਚੱਲਦੀ ਰਹੀ। ਫਿਰ ਆਪਾਂ 11ਵੀਂ ਸਦੀ ਵਿੱਚ ਦੇਖਦੇ ਜਾਂਦੇ ਹਾਂ ਕਿ ਉਹਦੇ ਵਿੱਚ ਯਰੂਸ਼ਲਮ ਦੇ ਲਈ ਕਰੂਸੇਡਰ ਅਤੇ ਅਰਬਾਂ ਵਿੱਚ ਲੜਾਈ ਚੱਲਦੀ ਰਹੀ ਹੈ। ਅਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਵੀ ਫਿਰ ਯਹੂਦੀ ਆ ਗਏ ਉੱਥੇ, ਅਤੇ ਹੁਣ ਵੀ ਯਰੂਸ਼ਲਮ ਵਿੱਚ ਦਾਅਵੇ ਲਈਏ ਤਿੰਨਾਂ ਧਰਮਾਂ ਦੀ ਲੜਾਈ ਚੱਲਦੀ ਆ ਰਹੀ ਹੈ। ਹਾਲਾਂਕਿ ਇਹ ਤਿੰਨੇ ਧਰਮ ਇੱਕੋ ਪਿਓ ਦੇ ਹੀ ਔਲਾਦ ਹਨ, ਇਬਰਾਹਿਮ ਤੋਂ ਨਿਕਲੇ ਧਰਮ ਹਨ, ਚਾਹੇ ਮੁਸਲਿਮ ਹੈ, ਚਾਹੇ ਕ੍ਰਿਸਚਨ ਹੈ, ਚਾਹੇ ਯਹੂਦੀ। ਪਰ ਇਹਨਾਂ ਦੀ ਲੜਾਈ ਉਸ ਯਰੂਸ਼ਲਮ ਦੀ ਪਵਿੱਤਰ ਥਾਂ ਲਈ ਹਾਲੇ ਤੱਕ ਚੱਲ ਰਹੀ ਹੈ। ਦੂਸਰੀ ਗੱਲ ਆ ਜਾਂਦੇ ਆਪਾਂ ਸੈਂਟ ਕੌਂਸਟੈਂਟਾਈਨ, ਜਿੱਥੇ ਆਪਾਂ ਇਸਤਾਂਬੁਲ ਦਾ ਸੁਣਿਆ ਹੋਊਗਾ ਵੀ ਪਿੱਛੇ ਜਿਹੇ ਇੱਕ ਉਹ ਸੀਗੀ
ਹੇਗੀਆ ਸੋਫੀਆ ਨੂੰ ਮੁੜ ਕੇ ਮਸੀਤ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ। ਅਤੇ ਉਹ ਇਹੀ ਸੀ ਵੀ ਉਹ ਜਿਹੜੀ ਹੇਗੀਆ ਸੋਫੀਆ ਸੀ ਇੱਕ ਚਰਚ ਸੀਗੀ। ਫਿਰ ਜਦੋਂ ਅਰਬਾਂ ਨੇ ਸੈਂਟ ਕੌਂਸਟੈਂਟਾਈਨ 'ਤੇ ਕਬਜ਼ਾ ਕਰ ਲਿਆ ਅਤੇ ਉਹਨਾਂ ਨੇ ਉੱਥੇ ਮਸੀਤ ਬਣਾ ਦਿੱਤੀ ਸੀ। ਅਤੇ ਉਸ ਤੋਂ ਬਾਅਦ ਜਦੋਂ ਮੁਸਤਫਾ ਕਮਾਲ ਪਾਸ਼ਾ ਦਾ ਰਾਜ ਆਇਆ ਅਤੇ ਉਸ ਥਾਂ ਨੂੰ ਉਹਨੇ ਇੱਕ ਲਾਇਬ੍ਰੇਰੀ 'ਚ ਤਬਦੀਲ ਕਰ ਦਿੱਤਾ ਸੀ, ਜਾਂ ਉਹ ਇੱਕ ਮਿਊਜ਼ੀਅਮ ਟਾਈਪ ਉਸਨੇ ਬਣਾ ਦਿੱਤਾ ਸੀਗਾ। ਅਤੇ ਹੁਣ ਉਹ ਪਿਛਲੇ ਸਾਲ ਹੇਗੀਆ ਸੋਫੀਆ ਦੁਬਾਰਾ ਮਤਲਬ ਤੁਰਕੀ ਦੀ ਸਰਕਾਰ ਨੇ ਮਸੀਤ 'ਚ ਕਨਵਰਟ ਕਰ ਦਿੱਤੀ ਹੈ। ਇਸੇ ਤਰ੍ਹਾਂ ਆਪਾਂ ਗੱਲ ਕਰ ਲੈਂਦੇ ਹਾਂ ਵੀ ਅਯੁੱਧਿਆ ਦੀ। ਅਯੁੱਧਿਆ ਵਿੱਚ ਬਾਬਰੀ ਮਸਜਿਦ ਸੀ ਜਾਂ ਰਾਮ ਜਨਮ ਭੂਮੀ ਸੀ। ਕੀ ਉਹ ਹਿੰਦੂਆਂ ਲਈ ਛੋਟੀ ਗੱਲ ਹੋਵੇਗੀ? ਅਯੁੱਧਿਆ, ਮਥੁਰਾ ਜਾਂ ਬਨਾਰਸ ਉਹਨਾਂ ਦਾ ਜੋ ਵੀ ਉਹ ਹੈ, ਜਿੱਥੇ ਉਹਨਾਂ ਦਾ ਦਾਅਵਾ ਹੈ ਵੀ ਉਹਨਾਂ ਦੇ ਮਤਲਬ ਰਿਲੀਜੀਅਸ ਉਹਦੇ ਵਿੱਚ ਯਕੀਨ ਪ੍ਰੈਕਟਿਸ ਦੇ ਵਿੱਚ ਸਭ ਤੋਂ ਵੱਡੀਆਂ ਥਾਵਾਂ ਹੈ, ਕਿ ਉਹਨਾਂ ਨੂੰ ਲਈ ਇੱਕ ਨੋਰਮਲ ਜਗ੍ਹਾ ਹੋਵੇਗੀ? ਹੁਣ ਉਸੀ ਕੰਟੈਕਸਟ 'ਚ ਜਦ ਦੇਖਦੇ ਹਾਂ ਵੀ ਇੱਕ ਹਰਿਮੰਦਰ ਸਾਹਿਬ ਨਾਲ ਸਿੱਖ ਇਤਿਹਾਸ ਜੁੜਿਆ ਪਿਆ। ਸਿੱਖਾਂ ਦੀਆਂ ਕਈ ਲੜਾਈਆਂ ਹੋਈਆਂ, ਸਿੱਖਾਂ ਨੇ ਇਹਦੇ ਹਰਿਮੰਦਰ ਸਾਹਿਬ ਦੇ ਵਿੱਚ ਆ ਕੇ ਸ਼ਹੀਦੀਆਂ ਦਿੱਤੀਆਂ ਨੇ। ਸਿੱਖਾਂ ਨੇ ਹਮੇਸ਼ਾ ਮੁਸਲਿਮ ਜਿਹੜੀ ਮੁਗਲ ਸਲਤਨਤ ਸੀਗੀ ਉਹਨੂੰ ਹਮੇਸ਼ਾ ਲਲਕਾਰਿਆ ਵਾ। ਉਹ ਹਰਿਮੰਦਰ ਸਾਹਿਬ ਤੋਂ ਹੀ ਲਲਕਾਰਿਆ ਵੀ ਇਹ ਦੇਖ ਲਓ ਵੀ ਜਦੋਂ ਅਬਦਾਲੀ ਦਾ ਟਾਈਮ ਸੀ ਜਾਂ ਮੱਸੇ ਰੰਘੜ ਦਾ ਟਾਈਮ ਸੀ ਜਾਂ ਜ਼ਕਰੀਆ ਦਾ ਟਾਈਮ ਸੀਗਾ, ਹਮੇਸ਼ਾ ਹੀ ਹਮਲਾ ਹਰਿਮੰਦਰ ਸਾਹਿਬ 'ਤੇ ਕਿਉਂ ਹੁੰਦਾ ਸੀ? ਕਿਉਂਕਿ ਉਹ ਇੱਕ ਸਿੰਬਲ ਸੀਗਾ ਵੀ ਇਹ ਇਹਨਾਂ ਦੀ ਰੂਹਾਨੀ ਸ਼ਕਤੀ ਦਾ ਕੇਂਦਰ ਹੈ, ਅਤੇ ਇੱਥੇ ਸੱਟ ਮਾਰਾਂਗੇ ਅਤੇ ਹੋ ਸਕਦਾ ਵੀ ਇਹ ਸਿੱਖ ਢਹਿ ਜਾਣ ਜਾਂ ਕਮਜ਼ੋਰ ਪੈ ਜਾਣ। ਪਰ ਇਹੀ ਇੱਕ ਆਪਾਂ ਦੇਖ ਲੈਂਦੇ ਵੀ ਉਹ ਰੂਹਾਨੀਅਤ ਦੀ ਇੱਕ ਜਿਹੜੀ ਜਾਂ ਸਪਿਰਿਚੁਅਲ ਅਤੇ ਇੱਕ ਪੋਲੀਟੀਕਲ ਸ਼ਕਤੀ ਦਾ ਸਿੰਬਲ ਸੀਗਾ ਕਿ ਸਿੱਖ ਹਮੇਸ਼ਾ ਤਕੜੇ ਹੋ ਜਾਂਦੇ ਸੀ। ਤਾਂ ਇਹ ਦੇਖ ਲਓ ਵੀ ਜੇ 84 ਵਿੱਚ ਵੀ ਅਕਾਲ ਤਖ਼ਤ 'ਤੇ ਹਮਲਾ ਇਸ ਕਰਕੇ ਨਹੀਂ ਸੀ ਹੋਇਆ ਵੀ ਉਹ ਕੋਈ ਸਿਰਫ ਇੱਕ ਗੁਰਦੁਆਰਾ ਜਾਂ ਇਮਾਰਤ ਸੀ, ਉੱਥੇ ਕੋਈ ਖੜਕੂ ਲੁਕ ਗਏ ਸੀ। ਐਕਚੁਅਲ 'ਚ ਉਹ ਸਿੱਖਾਂ ਦਾ ਉਹੀ ਇੱਕ ਸੈਂਟਰ ਸੀਗਾ ਜਿੱਥੋਂ ਉਹਨਾਂ ਨੂੰ ਰਾਜਨੀਤੀ ਦੀ ਵਿਰਾਸਤ ਮਿਲਦੀ ਸੀ, ਅਤੇ ਉਹਨੂੰ ਢਾਉਣ ਦਾ ਮਤਲਬ ਇਹ ਸੀਗਾ ਵੀ ਸਿੱਖਾਂ ਦੇ ਹੌਸਲੇ ਪਸਤ ਕਰਨੇ। ਅਤੇ ਇਹ ਢੱਡੀਆਂ ਵਾਲਿਆਂ ਨੂੰ ਲੱਗਦਾ ਹੈ ਕਿ ਇਹ ਜੀ ਆਮ ਇਮਾਰਤਾਂ ਹਨ। ਸੋ ਇਹਨਾਂ ਦਾ ਮਤਲਬ ਆਪਾਂ ਇਹ ਕਹਿ ਸਕਦੇ ਵੀ ਇਹਨਾਂ ਦਾ ਗਿਆਨ ਇੱਕ ਉਹੀ ਨਵੇਂ ਤਰਕਸ਼ੀਲ ਬਣੇ, ਜਿਹੜਾ ਉਹ ਬਠਿੰਡੇ ਤੋਂ ਹੁੰਦਾ ਨਾ, ਉਹ ਤਰਕਸ਼ੀਲਤਾ ਦੀਆਂ ਕਿਤਾਬਾਂ ਖਰੀਦ ਲੈਂਦਾ ਅਤੇ ਉਹਨੂੰ ਲੱਗਦਾ ਵੀ ਬਹੁਤ ਵੱਡਾ ਮੈਂ ਗਿਆਨੀ ਬਣ ਗਿਆ। ਸੋ ਇਹ ਉਸੀ ਤਰ੍ਹਾਂ ਦਾ ਇਹਨਾਂ ਦਾ ਚਲਤਾਊ ਜਿਹਾ ਗਿਆਨ ਹੈ। ਫਿਰ ਇਹਨਾਂ ਨੇ ਪਿਛਲੇ ਸਾਲ ਇੱਕ ਬਿਆਨ ਦਿੱਤਾ ਸੀ ਲੰਗਰਾਂ ਬਾਰੇ, ਸਵਾਲ ਚੱਕਿਆ ਸੀਗਾ ਜੀ ਉਹ ਵੀ ਲੰਗਰ ਇਹ ਨਹੀਂ ਹੈ, ਲੰਗਰ ਤਾਂ ਦਵਾਈਆਂ, ਸਿਹਤ, ਪਤਾ ਨਹੀਂ ਅਮਰੀਕਾ ਜਾਂ ਯੂਰਪ ਦੀ ਉਹ ਮਿਸਾਲ ਦੇ ਰਹੇ ਸੀਗੇ। ਅਤੇ ਕੱਲ੍ਹ ਵਾਲੇ ਉਹਦੇ ਵਿੱਚ ਵੀ ਇਹਨਾਂ ਦਾ ਇਹ ਪ੍ਰਸੰਗ ਸਿਰਜਿਆ ਸੀਗਾ। ਆਪਾਂ ਦੋਨਾਂ ਥਾਵਾਂ ਦੀ ਗੱਲ ਕਰ ਲਾਂਗੇ। ਪਿਛਲੇ ਸਾਲ ਜਿਹੜਾ ਇਹ ਲੰਗਰਾਂ ਨੂੰ ਕਹਿ ਰਹੇ ਸੀਗੇ, ਦੇਖੋ ਜਿਹੜੀਆਂ ਗੱਲਾਂ ਕਹਿ ਰਹੇ ਸੀ ਵੀ ਹਸਪਤਾਲ, ਕਾਲਜ, ਸਕੂਲ, ਸਿੱਖਾਂ ਦੀ ਜਿਹੜੇ ਲੰਗਰ ਤੱਕ ਪਹੁੰਚ ਇਸ ਕਰਕੇ ਹੈ ਵੀ ਇੱਕ ਤਾਂ ਲੰਗਰ ਦਾ ਸਿਧਾਂਤ ਉਹਨਾਂ ਨੂੰ ਸ਼ੁਰੂ ਤੋਂ ਮਿਲਿਆ, ਠੀਕ ਹੈ। ਦੂਸਰੀ ਗੱਲ ਇਹ ਸੀਗੀ ਵੀ ਜਿਸ ਦੌਰ ਦੇ ਵਿੱਚ ਲੰਗਰ ਸ਼ੁਰੂ ਕੀਤਾ, ਜਿਹੜਾ ਸੰਸਥਾਨ ਸ਼ੁਰੂ ਹੋਇਆ, ਉਸ ਦੌਰ ਦੇ ਵਿੱਚ ਜ਼ਿਆਦਾਤਰ ਜਿਹੜੇ ਸਿੱਖ ਸੀਗੇ ਉਹ ਆਪਣੇ ਤੌਰ 'ਤੇ ਹੀ ਖੁਦ ਮੁਖਤਿਆਰ ਸਨ। ਜਾਂ ਤਾਂ ਉਹ ਜ਼ਿਆਦਾਤਰ ਲੋਕ ਕਿਸਾਨ ਸੀ ਜਾਂ ਛੋਟੇ ਵਪਾਰ ਕਰਦੇ ਹੁੰਦੇ ਸੀ, ਅਤੇ ਇੱਕ ਖੁਦ ਮੁਖਤਿਆਰ ਪੇਸ਼ਾ ਸੀ। ਆਹ ਤਾਂ ਜਿਹੜਾ ਇੰਡਸਟਰੀਅਲ ਰੈਵੋਲਿਊਸ਼ਨ ਹੈ, ਜਿਹੜਾ ਆਪਾਂ ਰੁਜ਼ਗਾਰ ਵਾਲੀ ਗੱਲ ਕਰਦੇ ਹਾਂ, ਇਹ ਤਾਂ ਸਾਰੀ 150-200 ਸਾਲ ਪੁਰਾਣੀ ਗੱਲ ਹੈ। ਅਤੇ ਦੂਸਰੀ ਗੱਲ ਇਹ ਹੈ ਵੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਰੁਜ਼ਗਾਰ, ਸਿਹਤ ਜਾਂ ਸਿੱਖਿਆ, ਇਹ ਸਟੇਟ ਦਾ ਮਸਲਾ ਹੈ। ਜਾਂ ਤਾਂ ਇਹ ਮੰਨ ਲੈਂਦੇ ਵੀ ਸਿੱਖ ਇੱਕ ਸੋਵਰਨ ਸਟੇਟ ਹੈ, ਉਹਦੇ ਵਿੱਚ ਇਹ ਸਿੱਖਾਂ ਦੀ ਨੂੰ ਉਸ ਹੋਂਦ ਦੇ ਵਿੱਚ ਸਵੀਕਾਰ ਕਰਨ ਅਤੇ ਉਸ ਹੋਂਦ ਨੂੰ ਮੰਨਦੇ ਹੋਏ ਟੈਕਸ ਭਰਨਾ ਸ਼ੁਰੂ ਕਰਨ। ਆਪਾਂ ਸਾਰੇ ਟੈਕਸ ਭਰਨਾ ਸ਼ੁਰੂ ਕਰ ਲੈਂਦੇ ਹਾਂ। ਜੇ ਇਹ ਕਹਿੰਦੇ ਆ ਵੀ ਸਿੱਖ ਸੋਵਰਨ ਉਹ ਹੈ, ਤਾਂ ਅਸੀਂ ਕਾਲਜਾਂ ਦੀ, ਰੁਜ਼ਗਾਰ ਦੀ ਜਾਂ ਮੈਡੀਕਲ ਸਹੂਲਤਾਂ ਦੀ ਗੱਲ ਕਰ ਸਕਦੇ ਹਾਂ।
ਹੁਣ ਦੂਸਰੀ ਗੱਲ ਇਹ ਹੈ ਵੀ ਜੇ ਸਿਰਫ ਉਹ ਇੱਕ ਆਪਣੇ ਟਰੱਸਟ ਦੇ ਤੌਰ 'ਤੇ ਛੋਟਾ ਮੋਟਾ ਕੁਛ ਖੋਲ੍ਹ ਵੀ ਲੈਂਦੇ ਹੈ ਤਾਂ ਜ਼ਰੂਰੀ ਨਹੀਂ ਹੋ ਜਾਂਦਾ ਕਿ ਉਹਨਾਂ ਦੀ ਇਹ ਪੂਰੀ ਜ਼ਿੰਮੇਵਾਰੀ ਹੋਊਗੀ ਜੀ ਆਹ ਕਰਨਾ। ਉਹ SGPC ਇੱਕ ਛੋਟੀ ਸੰਸਥਾ ਹੈ, ਉਹਦਾ ਕੰਮ ਗੁਰਦੁਆਰਿਆਂ ਦਾ ਰੱਖ ਰਖਾਵ ਹੈ। ਹਾਂ ਠੀਕ ਹੈ, ਆਸ ਕੀਤੀ ਜਾਣੀ ਚਾਹੀਦੀ ਹੈ ਵੀ ਠੀਕ ਹੈ ਵੀ ਸਿਹਤ ਦੀ ਜਾਂ ਸੁਵਿਧਾਵਾਂ ਜਾਂ ਸਿੱਖਿਆ ਦਾ ਵੀ ਸੋਚੇ ਕੌਮ ਬਾਰੇ ਜੋ ਵੀ ਹੈ, ਪਰ ਇਸ ਨੂੰ ਜਦ ਆਪਾਂ ਇੱਕ ਸਟੇਟ ਦੇ ਨਾਲ, ਜਿਹੜੀ ਇੱਕ ਸੋਵਰਨ ਸਟੇਟ ਦੇ ਨਾਲ ਕੰਪੈਰੀਜ਼ਨ ਕਰ ਲੈਂਦੇ ਹਾਂ ਤਾਂ ਬਹੁਤ ਵੱਡੀ ਮੂਰਖਤਾ ਹੋਊਗੀ। ਸਟੇਟ ਦਾ ਜਿਹੜਾ ਬਜਟ ਹੈ ਹਜ਼ਾਰਾਂ ਕਰੋੜਾਂ 'ਚ ਅਰਬਾਂ ਦੇ ਵਿੱਚ, ਅਰਬਾਂ ਖਰਬਾਂ ਦੇ ਵਿੱਚ ਬਜਟ ਹੁੰਦਾ ਹੈ, ਅਤੇ 11 ਅਰਬ ਦਾ ਸ਼੍ਰੋਮਣੀ ਕਮੇਟੀ ਦਾ ਬਜਟ ਹੈ। ਅਤੇ ਹੋਰ ਵੀ ਦੇਖਿਆ ਜਾਵੇ ਤਾਂ ਮਤਲਬ ਸਿੱਖ ਜਦ ਤੱਕ ਇੱਕ ਸੋਵਰਨ ਸਟੇਟ ਹੀ ਨਹੀਂ ਹੈਗੇ ਤਾਂ ਉਹਨਾਂ ਕੋਲ ਆਸ ਇਸ ਤਰ੍ਹਾਂ ਦੀ ਕਰ ਹੀ ਨਹੀਂ ਸਕਦੇ। ਜੇ ਆਪਾਂ ਗੱਲ ਕਰ ਲੈਂਦੇ ਹਾਂ ਵੀ NGOs ਕੁਛ ਕਰਦੇ ਹੈ, NGOs ਮਤਲਬ ਕੋਈ ਗੌਰਮੈਂਟ ਬੋਡੀ ਨਹੀਂ ਹੁੰਦਾ, ਇੱਕ ਸੰਸਥਾਨ ਹੁੰਦੇ ਆ। ਇਹਨੇ ਵਿੱਚ ਕੁਛ ਇੱਕ ਮਤਲਬ ਇਹ ਧਾਰਮਿਕ ਸੰਸਥਾਵਾਂ ਦੇ ਮੁਕਾਬਲਾ ਵੀ ਨਹੀਂ ਕਰ ਸਕਦੇ, ਛੋਟੀ ਮੋਟੀ ਕੋਈ ਹੈਲਪ ਕਰ ਸਕਦੇ ਹੈ ਸਮਾਜ ਸੇਵਾ ਟਾਈਪ। ਅਤੇ ਉਹਦੇ ਵਿੱਚ ਇੱਕ NGO ਨੇ ਆਪਣੇ ਖਰਚੇ ਵੀ ਕੱਢਣੇ ਹੁੰਦੇ ਆ। ਜੇ ਮੰਨ ਲਓ ਕਿ ਆਪਾਂ ਦੇਖ ਲਈਏ ਕਿ ਇੱਕ 100 ਰੁਪਈਆ ਜਾਂ 1000 ਰੁਪਈਆ ਆਮਦਨ ਹੈ ਕਿਸੇ NGO ਨੂੰ, ਅਤੇ ਉਹਦੇ ਵਿੱਚ 400-500 ਰੁਪਈਆ ਤਾਂ ਉਹਨਾਂ ਦੇ ਜਿਹੜਾ ਉਹ ਹੋਊਗਾ ਆਪਰੇਸ਼ਨਲ ਕੋਸਟ ਆਏਗੀ, ਉਹ ਆਏਗੀ 400-500 ਨਹੀਂ ਤਾਂ 200-300 ਕੋਸਟ ਤਾਂ ਉਹਨਾਂ ਦੀ ਹੋਏਗੀ, ਜਿਹੜੇ ਸਟਾਫ ਦੀ ਕੋਸਟ ਹੈ। ਹੁਣ ਅਸੀਂ ਉਹਨਾਂ ਨੂੰ ਸੇਵਾ ਤਾਂ ਨਹੀਂ ਮੰਨ ਸਕਦੇ, ਜਾਂ ਆਪਾਂ ਉਹ ਵਲੰਟੀਅਰ ਸੇਵਾ ਦਾ ਜਿਹੜਾ ਇੱਕ ਸਿਸਟਮ ਸੀਗਾ ਜਿਹਦੇ ਵਿੱਚੋਂ ਕਾਰ ਸੇਵਾ ਨਿਕਲੀ ਹੈ, ਉਸ ਚੀਜ਼ ਨਾਲ ਅਸੀਂ ਨਹੀਂ ਕੰਪੈਰੀਜ਼ਨ ਕਰ ਸਕਦੇ। ਅਤੇ ਉਸ ਤਰ੍ਹਾਂ ਦੀ ਜੇ ਅਸੀਂ ਆਸ ਵੀ ਰੱਖਦੇ ਹਾਂ ਤਾਂ ਉਹਨਾਂ ਨਾਲ ਵੀ ਬੇਇਨਸਾਫੀ ਹੁੰਦੀ ਹੈ। ਅਤੇ ਇਹ ਭਾਈ ਸਾਹਿਬ ਜਿਹੜੇ ਸੀਗੇ ਉਹਨਾਂ ਚੀਜ਼ਾਂ 'ਤੇ, ਲੰਗਰਾਂ 'ਤੇ ਸਵਾਲ ਚੱਕਦੇ ਪਏ ਸੀਗੇ। ਅਤੇ ਫਿਰ ਇੱਕ ਇਹਨਾਂ ਨੂੰ ਹੁਣ ਅਮਰੀਕਾ ਪਿੱਛੇ ਜੇ ਕੁਛ ਦਿਨ ਪਹਿਲਾਂ ਇਹਨਾਂ ਨੇ ਆਪਣੇ ਦੀਵਾਨ 'ਚ ਗੱਲ ਕੀਤੀ ਸੀ IPL ਦੀ ਟੋਨ 'ਚ, ਵੀ ਇਹ ਰਾਗੀ ਢਾਡੀ ਜਾਂ ਹੋਰ ਚੀਜ਼ਾਂ ਦੇ ਉਹ ਵੀ ਜੋਸ਼ ਜਿਹਾ ਛੱਡ ਦਿੰਦੇ ਆ, ਜਕਾਰੇ ਲਵਾ ਦਿੰਦੇ ਆ। ਇਹ ਮਤਲਬ ਕਿੱਡੀ ਹੋਛੀ ਜਿਹੀ ਗੱਲ ਹੈ। ਸੰਗੀਤ ਦੇ ਵੱਖ-ਵੱਖ ਪਹਿਲੂ ਹਨ ਅਤੇ ਉਹਦਾ ਇੱਕ ਹਿੱਸਾ ਵੀਰ ਰਸ ਵੀ ਹੈ। ਅਤੇ ਦੁਨੀਆ ਵਿੱਚ ਜਿੱਦਾਂ ਆਪਾਂ ਦੇਖਦੇ ਹਾਂ, ਵੀਰ ਰਸ ਦੀ ਨੂੰ ਜਦ 6ਵੇਂ ਪਾਤਸ਼ਾਹ ਨੇ ਸਿੱਖਾਂ 'ਚ ਲੈ ਕੇ ਆਏ, ਢਾਡੀ ਪਰੰਪਰਾ ਸ਼ੁਰੂ ਕੀਤੀ, ਤਾਂ ਉਹਦਾ ਕੁਛ ਮੋਟਿਵ ਹੀ ਹੋਏਗਾ। ਉਹਦੇ ਵਿੱਚ ਇੱਕ ਰਾਜਨੀਤਿਕ ਜਾਂ ਵੀਰ ਰਸ ਭਰਨਾ, ਇੱਕ ਵਾਰੀਅਰ ਉਹਨਾਂ ਨੂੰ ਬਣਾਉਣਾ, ਯੋਧਾ ਉਹ ਤਿਆਰ ਕਰਨੇ, ਵੀਰ ਰਸ ਤਾਂ ਇਸ ਚੀਜ਼ ਲਈ ਹੈ। ਹੁਣ ਇਹ ਭਾਈ ਸਾਹਿਬ ਉਸ ਚੀਜ਼ ਨੂੰ ਕੰਪੇਅਰ ਕਰਦੇ ਪਏ ਹੈ ਉਹ IPL ਦੀ ਟੋਨ ਨਾਲ। ਅਤੇ ਇਹ ਬਿਲਕੁਲ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਸੰਗੀਤ ਦੇ ਵੱਖ-ਵੱਖ ਪਹਿਲੂ ਹੁੰਦੇ ਹੈ, ਉਹਦੇ ਵਿੱਚ ਵੀਰ ਰਸ ਹੈ, ਇੱਕ ਕੁਛ ਧੁਨਾਂ ਹੁੰਦੀਆਂ ਰੋਮਾਂਸ ਦੀਆਂ ਹੋਊਗੀਆਂ, ਕੁਛ ਧੁਨਾਂ ਹੋਊਗੀਆਂ ਜਾਂ ਰਾਗ ਹੋਊਗੇ ਰੂਹਾਨੀਅਤ ਲੈ ਕੇ ਜਾਊਗੇ, ਅਲੱਗ-ਅਲੱਗ ਉਹਦੇ ਰੂਪ ਹੋਊਗੇ। ਅਤੇ ਹਰੇਕ ਸੰਗੀਤ ਦਾ ਸਮਾਂ ਜਾਂ ਮੌਕਾ ਵੱਖ-ਵੱਖ ਹੁੰਦਾ ਹੈ। ਅਤੇ ਇਹ ਪਰ ਸਭ ਕੁਛ ਇੱਕੋ ਜਿਹਾ। ਹੁਣ ਵੀਰ ਰਸ ਦੇ ਵਿੱਚ ਕੀ ਇੱਕ ਨਰਤਕੀ ਦੇ ਪੈਰ ਦੇ ਘੁੰਘਰੂ ਦਾ ਸੰਗੀਤ ਕੀ ਵੀਰ ਰਸ ਪੈਦਾ ਕਰਦਾ? ਇਹਨਾਂ ਨੂੰ ਤਾਂ ਉਹ ਚੇਅਰ ਲੀਡਰ ਵੀ ਉਸ ਟੋਨ 'ਤੇ ਨਾਚ ਕਰਦੀਆਂ ਹੋਣਗੀਆਂ, ਉਹਦੇ ਵਿੱਚੋਂ ਵੀ ਇਹਨਾਂ ਨੂੰ ਜਕਾਰੇ ਵਾਲੀ ਭਾਵਨਾ ਦਿਖਦੀ ਹੈ। ਪਰ ਸਵਾਲ ਇਹ ਹੈ ਵੀ ਕੀ ਉਸ ਦੇ ਵਿੱਚੋਂ ਵੀਰ ਰਸ ਨਜ਼ਰ ਆ ਜਾਏਗਾ ਇਹੋ ਜਿਹੀ ਧੁਨਾਂ ਵਿੱਚੋਂ? ਹੁਣ ਇੱਕ ਨਗਾੜਾ ਜਦੋਂ ਵੱਜਦਾ ਹੈ ਉਹਦਾ ਇੱਕ ਔਰਾ ਹੀ ਅਲੱਗ ਹੁੰਦਾ। ਨਗਾੜਾ ਜੋ ਹੈ ਇੱਕ ਰਣ ਸਿੰਘਾ ਵੱਜਦਾ ਹੈ, ਉਹਦਾ ਇੱਕ ਮਾਹੌਲ ਹੀ ਹੋਰ ਹੁੰਦਾ। ਅਤੇ ਜਦੋਂ ਜਕਾਰਾ ਲੱਗਦਾ ਹੈ, ਇਹ ਤਾਂ ਦੁਨੀਆ ਦਾ ਇਤਿਹਾਸ ਹੈ। ਇਹ ਦੇਖ ਲਓ ਵੀ ਸਾਲਾਦੀਨ ਲੜਦਾ ਪਿਆ ਸੀਗਾ, ਜਾਂ ਮੁਹੰਮਦ ਸਾਹਿਬ ਨੇ ਜੋ ਉਹ ਇਸਲਾਮ ਦੇ ਲਈ ਉਹਨਾਂ ਨੇ ਮਤਲਬ ਲੜਾਈਆਂ ਵੀ ਲੜੀਆਂ ਅਰਬ 'ਚ, ਜਾਂ ਅਰਬ ਤੋਂ ਕਈ ਕਾਫਲੇ, ਭਾਵੇਂ ਕਾਸਿਮ ਸੀਗਾ ਜਾਂ ਹੋਰ ਉਹ ਹੈ, ਉਹ ਨਾਅਰੇ ਲਾ ਕੇ ਜਾਂ ਆਪਣੇ ਜਕਾਰੇ ਛੱਡਦੇ ਹੋਏ ਉਹ ਇੱਥੇ ਤੱਕ ਪੁੱਜ ਗਏ। ਠੀਕ ਹੈ। ਅਤੇ ਇਹੀ ਗੱਲ ਸਿੱਖਾਂ ਦੇ ਵਿੱਚ ਸੀਗਾ ਵੀ ਜਦੋਂ ਲੜਦੇ ਸੀ ਜਾਂ ਜਕਾਰੇ ਛੱਡਦੇ ਸੀ, ਹੌਸਲੇ 'ਚ ਆਉਂਦੇ ਸੀਗੇ, ਅਤੇ ਮਤਲਬ ਉਹਨਾਂ 'ਚ
ਬਾਗੀ ਨਾਲ ਟਕਰਾਉਣ ਦਾ ਇੱਕ ਸਪਿਰਿਟ ਪੈਦਾ ਹੁੰਦਾ ਸੀ, ਜੋਸ਼ ਹੁੰਦਾ ਸੀਗਾ। ਉਹਨਾਂ ਨੂੰ ਇਹ ਨਹੀਂ ਹੁੰਦਾ ਸੀ ਵੀ ਅਸੀਂ ਘੱਟ ਹੈ ਜਾਂ ਉਹ ਹੈ, ਇੱਕ ਬਿਨਾਂ ਰਾਜ ਸੱਤਾ ਤੋਂ ਲੋਕ ਆ। ਉਹ ਤਾਂ ਬਰਾਬਰੀ 'ਤੇ ਆ ਕੇ ਉਹ ਜਕਾਰਿਆਂ ਦਾ ਮਤਲਬ ਤਾਂ ਇਹੀ ਹੁੰਦਾ ਹੈ। ਅਤੇ ਈਵਨ ਇਹਨਾਂ ਦਾ ਜਿੱਦਾਂ ਇਹਨਾਂ ਨੂੰ ਮਾਰਕਸ ਵੀ ਚੰਗਾ ਲੱਗਦਾ ਹੈ ਜਾਂ ਹੋਰ ਵੱਖਰੀ ਉਹ ਕਮਿਊਨਿਸਟ ਉਹਦਾ ਵੀ ਉਹ ਹੈ ਵੀ ਨਾਅਰੇ ਜਕਾਰੇ ਤਾਂ ਉਹਦੇ ਵਿੱਚ ਵੀ ਹੈਗੇ ਆ। ਅਤੇ ਉਹਨਾਂ ਕੋਲੋਂ ਹੀ ਪੁੱਛ ਲੈਣ ਭਾਈ, ਜਕਾਰੇ ਨਾਅਰੇ ਅਤੇ ਆ ਜਿਹੜੀਆਂ ਚਲਤਾਊ ਜੀਆਂ ਟੋਨਾਂ ਹੁੰਦੀਆਂ, ਧੁਨਾਂ ਹੁੰਦੀਆਂ, ਜਿਨ੍ਹਾਂ ਨੂੰ ਉਹ ਕਹਿੰਦੇ ਵੀ ਕੈਮ ਜਿਹਾ ਕਰ ਦਿੰਦੀ ਹੈ, ਅਤੇ ਉਹਦੇ ਵਿੱਚ ਕੀ ਫਰਕ ਹੈ? ਵੀ ਹੋ ਸਕਦਾ ਇਹਨਾਂ ਦਾ ਕੋਈ ਉਹ ਮਜ਼ਾਕੀਆ ਹੋਵੇ, ਪਰ ਹਰ ਜਗ੍ਹਾ ਮਜ਼ਾਕ ਨਹੀਂ ਹੁੰਦਾ। ਹਰੇਕ ਚੀਜ਼ ਨਾਲ ਤੁਸੀਂ ਮਜ਼ਾਕ ਨਹੀਂ ਕਰ ਸਕਦੇ। ਤੁਸੀਂ ਜਾਣ ਬੁੱਝ ਕੇ ਉਹ ਢਾਡੀ ਪਰੰਪਰਾ 'ਤੇ ਕਟਾਕਸ਼ ਕੀਤਾ, ਤੁਸੀਂ ਉਸ ਚੀਜ਼ ਨੂੰ ਨੀਵਾਂ ਕਰਨ ਦੀ ਗੱਲ ਕੀਤੀ ਹੈ। ਮੈਨੂੰ ਲੱਗਦਾ ਵੀ ਇਹ ਹੋ ਸਕਦਾ ਹੈ, ਮਤਲਬ ਮੈਂ ਨਹੀਂ ਇਹ ਦਾਅਵਾ ਕਰਦਾ, ਪਰ ਮੈਨੂੰ ਲੱਗਦਾ ਵੀ ਜੇਕਰ ਤੁਸੀਂ ਸੀਰੀਅਸ ਹੁੰਦੇ ਤਾਂ ਤੁਸੀਂ ਇਹ ਗੱਲ ਨਾ ਕਰਦੇ, ਜਾਂ ਤਾਂ ਤੁਸੀਂ ਇਹ ਤੁਹਾਡੇ ਕੋਲੋਂ ਕਿਸੇ ਨੇ ਕਹਾਇਆ ਵੀ ਲਗਾਤਾਰ ਤੁਸੀਂ ਸਿੱਖ ਇੰਸਟੀਟਿਊਸ਼ਨਸ 'ਤੇ ਹਮਲਾ ਕਰ ਰਹੇ ਹੋ, ਇਹਦੇ ਪਿੱਛੇ ਕੋਈ ਨਾ ਕੋਈ ਤਾਕਤ ਹੈਗੀ ਹੈ ਜੋ ਤੁਹਾਡੇ ਕੋਲ ਕਹਾ ਰਹੀ ਹੈ। ਬਿਨਾਂ ਸੋਚੇ ਸਮਝੇ ਤੁਸੀਂ ਗੱਲ ਕੀਤੀ ਹੈ, ਤੁਸੀਂ ਮੰਨੋ ਨਾ ਮੰਨੋ, ਪਰ ਇਹ ਗੱਲ ਪੱਕੀ ਹੈ ਕਿ ਤੁਸੀਂ ਜਿਹੜੀ ਗੱਲ ਕੀਤੀ ਹੈ ਉਹ ਬਿਨਾਂ ਸੋਚੇ ਸਮਝੇ ਕੀਤੀ ਹੈ। ਅਤੇ ਈਵਨ ਵੀਰਸ ਗਾਉਣ ਵਾਲਿਆਂ ਦੇ ਸਿਰ 'ਤੇ ਹੀ ਜਿਹੜਾ ਓਰਲ ਹਿਸਟਰੀ ਹੈ, ਕਰਨਲ ਟੋਡ ਨੇ ਰਾਜਸਥਾਨ ਦੀ ਸਾਰੀ ਹਿਸਟਰੀ ਜਿਹੜੀ ਹੈ ਓਰਲ ਹਿਸਟਰੀ, ਉਹ ਇਹਨਾਂ ਢਾਡੀਆਂ ਰਾਗੀਆਂ ਦੇ ਸਿਰ 'ਤੇ ਹੀ ਲਿਖੀ ਹੈ। ਅਤੇ ਸ਼ਾਇਦ ਚੱਕ ਕੇ ਪੜ੍ਹ ਵੀ ਲੈਣਾ ਜੇ ਤੁਸੀਂ ਪੜ੍ਹਨ ਦੇ ਸ਼ੌਕੀਨ ਹੋ। ਅਤੇ ਹੁਣ ਇਹਨਾਂ ਨੇ ਇੱਕ ਕੱਲ੍ਹ ਵੀ ਬਿਆਨ ਦਿੱਤਾ ਸੀਗਾ ਵੀ ਵੰਡ ਕੇ ਛਕਣਾ ਜਾਂ ਲੰਗਰ ਤਾਂ ਆਪ ਹੈ, ਮਤਲਬ ਮੂੰਹ ਜਿਹਾ ਭਰ ਕੇ ਕਹਿੰਦੇ ਹੁੰਦੇ ਨਾ ਵੀ ਆਪ ਹੈ, ਵੀ ਵੰਡ ਕੇ ਛਕਣਾ ਆਹ ਹੁੰਦਾ ਹੈ। ਵੀ ਜਿਵੇਂ ਅਮਰੀਕਾ ਦਾ ਕਹਿੰਦੇ ਵੀ ਸਿਹਤ ਸਿਸਟਮ 'ਤੇ ਇਹਨਾਂ ਨੇ ਕਿਹਾ, ਇਹ ਕਿੱਡੀ ਯਾਰ ਬੇਸ਼ਰਮੀ ਵਾਲੀ ਗੱਲ ਹੈ। ਜੇ ਅਮਰੀਕਾ ਦਾ ਸਿਸਟਮ ਵੰਡ ਕੇ ਛਕਣ ਦਾ ਹੈ, ਜਾਂ ਅਮਰੀਕਾ ਕੀ ਪੂਰੇ ਯੂਰਪੀਅਨ ਉਹਦਾ ਜੋ ਮਾਡਲ ਹੈ, ਇਹਨਾਂ ਨੇ ਪੂਰੀ ਦੁਨੀਆ ਨੂੰ ਕਲੋਨੀਅਲ ਈਰਾ ਦੇ ਵਿੱਚ ਲੁੱਟਿਆ। ਟਿਲ ਡੇਟ ਇਹ ਪੂਰੀ ਦੁਨੀਆ ਵਿੱਚ ਹਥਿਆਰ ਵੇਚਦੇ ਹੈ, ਪੂਰੀ ਦੁਨੀਆ ਦੇ ਵਿੱਚ ਸਿਵਲ ਵਾਰਸ ਕਰਾਉਂਦੇ ਹੈ। ਮਤਲਬ ਸਾਡੇ ਤੀਸਰੀ ਦੁਨੀਆ ਦੇ ਲੋਕਾਂ ਦੇ ਜਿਹੜੇ ਕਤਲ ਹੈ, ਸਾਡੀਆਂ ਹੱਡੀਆਂ ਦੇ ਚੂਰੇ 'ਚੋਂ ਜੋ ਕਮਾਈ ਹੁੰਦੀ ਹੈ, ਉਹਦੇ ਨਾਲ ਅਮਰੀਕਾ ਦਾ ਸਿਹਤ ਸਿਸਟਮ ਅਤੇ ਜਿਹੜਾ ਵੈਲਫੇਅਰ ਸਟੇਟ ਸਿਸਟਮ ਦੇਖਦਾ ਹੈ ਉਹ ਚੱਲਦਾ ਪਿਆ, ਜਿਹਨੂੰ ਤੁਸੀਂ ਵੰਡ ਕੇ ਛਕਣਾ ਕਹਿੰਦੇ ਹੋ। ਇਹ ਹੁਣ ਤੁਹਾਡੇ ਗਿਆਨ ਦੀ ਪਤਾ ਨਹੀਂ ਕਿਹੜੀ ਸੀਮਾ ਹੈ, ਪਤਾ ਨਹੀਂ ਕਿਹੜੀ ਚੀਜ਼ ਨੂੰ ਗਿਆਨ ਉਹ ਕਹਿ ਦਿੰਦੇ ਆ ਵੀ ਜਿਹੜਾ ਤੁਹਾਨੂੰ ਇੱਕ ਗਿਆਨ ਦੀ ਉਲਟੀ ਕਰਨ ਦੀ ਆਦਤ ਹੁੰਦੀ ਹੈ, ਵੀ ਬਿਨਾਂ ਤੁਸੀਂ ਕਿਸੇ ਚੀਜ਼ ਨੂੰ ਸਮਝੇ, ਕਿਸੇ ਚੀਜ਼ ਨਾਲ ਕਿੱਥੇ ਦੀ ਤਾਰ ਕਿੱਥੇ ਜੋੜ ਦਿੰਦੇ ਆ, ਤੁੱਕੇਬਾਜ਼ੀ ਵਾਲਾ ਜਿਹੜਾ ਤੁਸੀਂ ਪ੍ਰਸੰਗ ਸਿਰਜਦੇ ਹੋ। ਵੀ ਇੱਕ ਵੰਡ ਕੇ ਛਕਣ ਦਾ ਐਡੇ ਪਾਕ ਪਵਿੱਤਰ ਸਿਧਾਂਤ ਦੇ ਵਿੱਚ ਇਹ ਨਹੀਂ ਸੀਗਾ ਵੀ ਦੁਨੀਆ 'ਚੋਂ ਕਿਤੋਂ ਲੁੱਟ ਖਸੁੱਟ ਕਰਕੇ ਵੀ ਕਿਸੇ ਇੱਕ ਖਾਸ ਫਿਰਕੇ ਨੂੰ ਜਾਂ ਖਾਸ ਕੌਮ ਨੂੰ ਖਵਾਇਆ ਜਾਵੇ। ਇਹ ਸਿੱਖਾਂ ਲਈ ਇਹ ਤਾਂ ਹਰਾਮ ਹੋਊਗਾ। ਸਿੱਖਾਂ ਲਈ ਕਿ ਦੁਨੀਆ ਦੀ ਹਰੇਕ ਕੌਮ ਲਈ ਹੈ ਵੀ ਜੇ ਆਪਾਂ ਕਹੀਏ ਵੀ ਕਿਸੇ ਦੂਸਰੇ ਨੂੰ ਲੁੱਟ ਕੇ, ਦੂਸਰੇ ਖਿੱਤੇ ਵਿੱਚ ਜੰਗਾਂ ਕਰਵਾ ਕੇ, ਦੂਸਰੇ ਖਿੱਤੇ ਵਿੱਚ ਸਿਵਲ ਵਾਰ ਕਰਕੇ, ਦੂਸਰੇ ਖਿੱਤੇ ਵਿੱਚ ਨਿਊਕਲੀਅਰ ਹਥਿਆਰ ਸਿੱਟ ਕੇ, ਬੰਬ ਸਿੱਟ ਕੇ ਕਿਸੇ ਦਾ ਤੇਲ ਲੁੱਟ ਲਿਆ, ਕਿਸੇ ਦੇ ਰਿਸੋਰਸਿਸ ਲੁੱਟ ਲਏ, ਉਹਦੀ ਆਮਦਨ ਤੋਂ ਤੁਸੀਂ ਆਪਣੇ ਦੇਸ਼ ਦਾ ਤੁਸੀਂ ਸਿਹਤ ਸਿਸਟਮ ਚਲਾਓ ਜਾਂ ਹੋਰ ਜਿਹੜਾ ਤੁਹਾਨੂੰ ਵੈਲਫੇਅਰ ਸਿਸਟਮ ਲੱਗਦਾ ਹੈ, ਅਤੇ ਉਹ ਸਾਡੇ ਲਈ ਤਾਂ ਧਾਰਮਿਕ ਪੱਖ ਤੋਂ ਇਹ ਹਰਾਮ ਹੋਏਗਾ। ਤੁਹਾਡੇ ਲਈ ਇਹ ਹੋ ਸਕਦਾ ਵੀ ਵੰਡ ਕੇ ਛਕਣ ਵਾਲਾ ਲੱਗਦਾ ਹੋਊਗਾ, ਪਤਾ ਨਹੀਂ, ਠੀਕ ਹੈ, ਤੁਹਾਡਾ ਆਪਣਾ ਨਜ਼ਰੀਆ ਹੈ, ਪਰ ਕਦੀ ਵੀ ਜੇ ਤੁਸੀਂ ਇਸ ਨੂੰ ਲੰਗਰ ਦੇ ਨਾਲ ਜਾਂ ਉਸ ਚੀਜ਼ ਨਾਲ ਕੰਪੇਅਰ ਕਰਦੇ ਹੋ ਤਾਂ ਇਸ ਚੀਜ਼ 'ਤੇ ਸਾਨੂੰ ਤਾਂ ਓਬਜੈਕਸ਼ਨ ਹੋਵੇਗਾ, ਅਤੇ ਉਹ ਕਰਨਾ ਵੀ ਚਾਹੀਦਾ ਹੈ। ਅਤੇ ਤੁਹਾਡਾ ਹੁਣ ਜਿਹੜਾ ਵੈਸਟ ਦਾ ਜਿਹੜਾ ਸਾਰਾ ਉਹ ਹੈ ਪ੍ਰੇਮ ਹੈ, ਪਤਾ ਨਹੀਂ ਉਹਨਾਂ ਦਾ ਤੁਸੀਂ ਮਾਡਲ ਸਮਝਿਆ ਜਾਂ ਨਹੀਂ ਸਮਝਿਆ। ਜੇ ਅਮਰੀਕਾ ਦਾ ਮਾਡਲ ਵੰਡ ਛਕਣ ਦਾ ਹੈ ਤਾਂ ਉਹ ਪੂਰੀ ਦੁਨੀਆ ਵਿੱਚ ਡਾਲਰ ਤੋਂ ਬਿਨਾਂ ਹੋਰ ਕਰੰਸੀ ਵਿੱਚ ਵਪਾਰ ਹੋਣ ਕਿਉਂ ਨਹੀਂ ਦਿੰਦਾ? ਜੇ ਉਹਨਾਂ ਨੂੰ ਲੱਗਦਾ ਹੈ ਵੀ, ਤੁਹਾਨੂੰ ਲੱਗਦਾ ਵੀ ਉਹ ਵੰਡ ਕੇ ਛਕਣ ਵਾਲੇ ਲੋਕ ਹੈ, ਤੁਸੀਂ ਹੋ ਸਕਦਾ ਤੁਹਾਡੀ ਪਹੁੰਚ ਹੋਵੇ, ਤੁਸੀਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਇਹ ਸਲਾਹ ਦੇ ਦਿਓ ਵੀ ਤੁਹਾਡਾ ਮਾਡਲ ਤਾਂ ਬਹੁਤ ਵਧੀਆ ਹੈ, ਵੀ ਬਾਕੀ ਦੁਨੀਆ ਨੂੰ ਵੀ ਇਸ ਘੇਰੇ 'ਚ ਲੈ ਕੇ ਆਓ, ਵੀ ਉਹਨਾਂ ਨੂੰ ਵੀ ਵੰਡ ਕੇ ਛਕ ਲੈਣ ਦਿਓ, ਵੀ ਉਹਨਾਂ ਨੂੰ ਵੀ ਵੰਡ ਦਿਓ ਕੁਛ,
ਵੀ ਤੁਸੀਂ ਡਾਲਰ 'ਚ ਵਪਾਰ ਨਾ ਹੋਣ ਦਿਓ, ਬਾਕੀ ਦੂਸਰੇ ਮੁਲਕਾਂ ਦੇ ਵਿੱਚ ਸਿਵਲ ਵਾਰ ਨਾ ਉਹ ਕਰਾਓ, ਦੂਸਰੇ ਦੇਸ਼ਾਂ ਦੀ ਮਤਲਬ ਫੋਰਨ ਪੋਲਿਸੀ 'ਚ ਇੰਟਰਫੇਅਰ ਨਾ ਕਰੋ, ਅਤੇ ਦੁਨੀਆ 'ਚ ਲੜਾਈ ਝਗੜੇ ਨਾ ਕਰੋ। ਫਿਰ ਤਾਂ ਮੰਨ ਲਾਂਗੇ ਵੀ ਚਲੋ ਠੀਕ ਹੈ, ਵੀ ਉਹਨਾਂ ਦੇ ਵੰਡ ਕੇ ਛਕਣ ਵਾਲੇ ਲੋਕ ਹੈ ਜੀ, ਉਹ ਤਾਂ ਜੀਣੇ ਦੇ ਉਹਦੇ ਵਿੱਚ ਯਕੀਨ ਰੱਖਦੇ ਹੈ। ਪਰ ਤੁਹਾਡਾ ਪਤਾ ਨਹੀਂ ਗਿਆਨ ਕਿੱਥੋਂ ਆ ਗਿਆ। ਫਿਰ ਮਤਲਬ ਉਹੀ ਲੰਗਰ ਨੂੰ ਚੱਕ ਕੇ ਪਤਾ ਨਹੀਂ ਕੀ ਕੌਣ ਕਹਿੰਦਾ, ਮਤਲਬ ਇਹ ਤਾਂ ਸਕ੍ਰਿਪਟਡ ਤੁਸੀਂ ਬੋਲਦੇ ਪਏ ਹੋ। ਹੁਣ ਤੁਸੀਂ ਤੀਸਰੀ ਗੱਲ ਜਿਹੜੀ ਸੀਗੀ ਉੱਥੇ ਉਗਰਾਹਾਂ ਦੇ ਬਿਆਨ ਦੀ, ਠੀਕ ਹੈ, ਤੁਹਾਡਾ ਪੱਖ ਹੋਏਗਾ, ਜੋ ਧਾਰਮਿਕ ਲੋਕ ਜਿਹੜੇ ਉੱਥੇ ਹੋਣਗੇ ਵੀ, ਲੋਕ ਜਿਹੜੇ ਉੱਥੇ ਸਟੇਜ ਕੈਪਚਰ ਕਰਨ ਨੂੰ ਫਿਰਦੇ ਹੋਣਗੇ। ਪਰ ਪੰਜਾਬ ਦਾ ਜਿਹੜਾ ਜਦੋਂ ਮਸਲਾ ਆਉਂਦਾ ਹੈ ਤਾਂ ਉਹਦੇ ਵਿੱਚ ਧਰਮ ਵੱਖ ਨਹੀਂ ਰਹਿੰਦਾ। ਇਹ ਜਦ ਤੁਸੀਂ ਇੰਡੀਆ ਦੀ ਫਰੀਡਮ ਮੂਵਮੈਂਟ ਦੇਖ ਲੂੰਗੇ, ਗੋਰਿਆਂ ਦੇ ਖਿਲਾਫ ਜਿਹੜਾ ਇੱਥੇ ਮੂਵਮੈਂਟ ਚੱਲੀ ਹੈ, ਉਹ ਭਾਵੇਂ ਬਾਬਾ ਰਾਮ ਸਿੰਘ ਤੋਂ ਚੱਲੀ ਸੀ, ਜਾਂ ਉਸ ਤੋਂ ਬਾਅਦ ਗਦਰ ਮੂਵਮੈਂਟ ਚੱਲੀ ਸੀ, ਜਾਂ ਬੱਬਰ ਅਕਾਲੀ ਮੂਵਮੈਂਟ ਚੱਲੀ ਸੀ, ਜਾਂ ਅਕਾਲੀ ਮੋਰਚੇ ਚੱਲੇ ਸੀ, ਭਾਵੇਂ ਫਿਰ ਉਸ ਤੋਂ ਬਾਅਦ ਪੰਜਾਬੀ ਸੂਬਾ ਮੋਰਚਾ ਚੱਲਿਆ, ਜਾਂ ਫਿਰ ਧਰਮ ਯੁੱਧ ਮੋਰਚਾ ਚੱਲਿਆ। ਧਰਮ ਤਾਂ ਸਾਡੇ ਨਾਲ ਨਾਲ ਚੱਲਦਾ ਹਮੇਸ਼ਾ, ਅਤੇ ਉਹ ਚੱਲਦਾ ਵੀ ਰਹੂਗਾ। ਅਤੇ ਤੁਹਾਨੂੰ ਕਿਉਂ ਲੱਗਣ ਲੱਗ ਗਿਆ ਵੀ ਇਹ ਲੁੱਟ ਕਰਦਾ? ਇਹ ਤਾਂ ਹੁਣ ਇੱਕ ਧਰਮ ਦਾ ਸਪਿਰਿਟ ਹੈ ਦੁਨੀਆ ਵਿੱਚ, ਹਰੇਕ ਕੌਮ 'ਚ ਹੁੰਦਾ ਵੀ ਸਿੱਖਾਂ ਕੋਲ ਕੋਈ ਹੋਰ ਕੁਛ ਹੈ ਵੀ ਕੀ ਹੈ, ਵੀ ਨਾ ਰਾਜ ਹੈ ਨਾ ਕੁਛ ਹੋਰ, ਉਹਨਾਂ ਕੋਲ ਸੋਵਰਨਟੀ ਹੈ ਨਹੀਂ ਕਿਸ ਚੀਜ਼ ਦੀ, ਅਤੇ ਉਹਨਾਂ ਨੇ ਸੇਧ ਕਿੱਥੋਂ ਲੈਣੀ ਹੈ? ਹੁਣ ਉਗਰਾਹਾਂ ਤੋਂ ਤਾਂ ਸੇਧ ਲੈਣ ਤੋਂ ਗਏ। ਫਿਰ ਦੂਸਰੀ ਗੱਲ ਇਹ ਹੈ ਵੀ ਉਗਰਾਹਾਂ ਦਾ ਬਿਆਨ ਦਾ ਕੁਛ ਹਿੱਸਾ ਜਿੱਥੇ ਉਹਨੂੰ ਖਾਲਿਸਤਾਨੀਆਂ ਦੀ ਗੱਲ ਕਰ ਦਿੰਦਾ ਜੀ, ਆ ਖਾਲਿਸਤਾਨੀ, ਖਾਲਿਸਤਾਨ ਹਰ ਜਗ੍ਹਾ ਹੀ ਹੋਊਗਾ ਉਸ ਚੀਜ਼ ਦਾ ਫੈਲਾ ਰਿਹਾ ਵੀ, ਕਹਿੰਦਾ ਵੀ ਇਹਨਾਂ ਕੋਲ ਹਥਿਆਰ ਹੈ, ਇਹਨਾਂ ਕੋਲ ਪੈਸਾ ਪਿਆ। ਇਹੀ ਜਿਹੜਾ ਬਾਹਰੋਂ ਪੈਸਾ ਭੇਜਿਆ ਹੋਊਗਾ ਕਿਸਾਨ ਮੋਰਚੇ ਨੂੰ, ਉਹ ਵੀ ਤਾਂ ਫਿਰ ਮੰਨੋ ਨਾ ਵੀ ਭਾਈ ਖਾਲਿਸਤਾਨੀਆਂ ਨੇ ਭੇਜਿਆ ਤੁਹਾਨੂੰ। ਮਤਲਬ ਇਹੀ ਪ੍ਰਸੰਗ ਜਿਹੜਾ ਹੈ BJP ਗੌਰਮੈਂਟ ਅਤੇ ਇਹਨਾਂ ਦੇ ਨਿਊਜ਼ ਚੈਨਲ ਸਿਰ ਰਹੇ ਹੈ। ਜਦੋਂ ਉਗਰਾਹਾਂ ਕਹਿ ਦਿੰਦਾ ਫਿਰ ਤਾਂ ਉਹ ਇਹਦਾ ਮਤਲਬ ਇਹੀ ਹੈ ਵੀ ਜਿਹਨੂੰ ਇਹ ਗੋਦੀ ਮੀਡੀਆ ਕਹਿੰਦੇ ਵੀ ਉਹ ਸੱਚ ਬੋਲਦਾ। ਜੇ ਉਗਰਾਹਾਂ ਕਹਿ ਰਿਹਾ ਤਾਂ ਮੰਨਣਾ ਚਾਹੀਦਾ। ਫਿਰ ਦੂਸਰੀ ਗੱਲ ਇਹ ਹੈ ਵੀ ਜੇ ਸਿੱਖਾਂ ਕੋਲ ਉੱਥੇ ਹਥਿਆਰ ਹੈ, ਹਥਿਆਰ ਤਾਂ ਉਹਨਾਂ ਕੋਲ ਵੀ ਹੈ ਜਿਨ੍ਹਾਂ ਦੀ ਗੱਲ ਉਗਰਾਹਾਂ ਕਰਦਾ ਪਿਆ ਸੀਗਾ, ਅਤੇ ਜਿਨ੍ਹਾਂ ਨੂੰ ਰਿਹਾ ਕਰਾਉਣ ਦੀ ਗੱਲ ਕਰਦਾ ਪਿਆ ਸੀਗਾ। ਹੁਣ ਸਾਨੂੰ ਤਾਂ ਚੰਗੀ ਤਰ੍ਹਾਂ ਪਤਾ ਵੀ ਬਰਬਰਾ ਰਾਓ ਹੁਣੀ ਮਤਲਬ ਕਿਹੜੀ ਧਿਰ ਨਾਲ ਜੁੜੇ ਹੋਏ ਹਨ ਅਤੇ ਉਹਨਾਂ ਦਾ ਏਜੰਡਾ ਕੀ ਹੈ। ਅਤੇ ਉਗਰਾਹਾਂ ਸਮਝਦਾ ਕਿ ਬਾਕੀ ਲੋਕ ਬੇਵਕੂਫ ਹੈ, ਵੀ ਉਹਨਾਂ ਨੂੰ ਕੁਛ ਪਤਾ ਨਹੀਂ, ਵੀ ਸਾਰਾ ਗਿਆਨ ਇੱਕ ਢੱਡਰੀਆਂ ਵਾਲੇ ਕੋਲ ਆ ਗਿਆ ਅਤੇ ਇੱਕ ਉਗਰਾਹਾਂ ਕੋਲ ਆ ਗਿਆ। ਵੀ ਉਦੋਂ ਕਹਿ ਦਿੰਦੇ ਆ ਵੀ ਇਹ ਧਰਮ ਜਾਂ ਹੋਰ ਮਸਲਾ ਇਹਨਾਂ ਲੈ ਕੇ ਉਹ ਸਿਰਫ ਕਿਸਾਨੀ ਮਸਲੇ ਦੇ ਵਿੱਚ ਨਕਸਲਾਈਟ ਕਿੱਥੋਂ ਆ ਗਏ? ਫਿਰ ਇੱਕ ਗੱਲ ਹੋਰ ਵੀ ਹੈ ਵੀ ਜੇ ਉਗਰਾਹਾਂ ਖਾਲਿਸਤਾਨੀਆਂ ਦੀ ਗੱਲ ਕਰਦਾ ਹੈ ਤਾਂ ਜਿਹੜੇ ਆ ਪਿੱਛੇ ਜੇ ਛੱਤੀਸਗੜ੍ਹ ਦੇ ਵਿੱਚ ਹਮਲਾ ਹੋਇਆ, CRPF ਦੇ ਬੰਦੇ ਮਰੇ ਆ, ਆਮ ਨੌਜਵਾਨ, ਉਹ ਉਹੀ ਧਿਰਾਂ ਸੀ ਜਿਨ੍ਹਾਂ ਦੀ ਗੱਲ ਉਗਰਾਹਾਂ ਨੂੰ ਜਿਹੜੇ ਵਿਦਵਾਨ ਲੱਗਦੇ ਆ। ਇਹ ਸਾਨੂੰ ਮੰਨਣ 'ਚ ਤਾਂ ਕੋਈ ਉਹ ਨਹੀਂ ਹੈ ਵੀ ਠੀਕ ਹੈ ਵੀ ਭਾਰਤ 'ਚ ਇੱਕ ਸਿਵਲ ਵਾਰ ਚੱਲ ਰਹੀ ਹੈ ਅਤੇ ਜਿਹੜੇ ਆਮ ਪੁਲਿਸ ਵਾਲੇ ਵੀ ਮਰ ਰਹੇ ਹੈ, ਉਹ ਵੀ ਵਿਚਾਰੇ ਆਮ ਘਰਾਂ ਦੇ ਉਹ ਪਿਸ ਰਹੇ ਹੈ। ਵੀ ਹਾਕਮਾਂ ਦੀ ਲੜਾਈ ਦੇ ਵਿੱਚ ਉਹ ਹੈ ਵੀ ਨਕਸਲੀ ਵੀ ਨਜਾਇਜ਼ ਮਾਰ ਰਹੇ ਹੈ ਵੀ ਆਮ ਘਰਾਂ ਦੇ ਪੁੱਤ, ਅਤੇ ਧੱਕੇਸ਼ਾਹੀ ਉਹ ਪੁਲਿਸ ਦੇ ਜਵਾਨ ਮਤਲਬ ਆਪਣੇ ਸੀਨੀਅਰਸ ਦੇ ਔਡਰਾਂ ਹੇਠ ਉਹ ਤਾਂ ਉੱਥੇ ਕਰਦੇ ਵੀ ਹੋਣਗੇ। ਪਰ ਇਹ ਗੱਲ ਉਗਰਾਹਾਂ ਨਹੀਂ ਮੰਨੇਗਾ। ਸੋ ਉਹਨਾਂ ਨੂੰ ਮਸਲਾ ਇਹੀ ਹੈ ਵੀ ਜਿਹੜਾ ਉਹ ਕਹਿ ਦਿੰਦੇ ਵੀ ਪੰਜਾਬ ਦਾ ਵੱਖਵਾਦ ਦਿਖਦਾ ਹੈ, ਹਾਲਾਂਕਿ ਪੰਜਾਬ 'ਚ ਵੱਖਵਾਦ ਦਾ ਕੋਈ ਐਡਾ ਰੌਲਾ ਵੀ ਨਹੀਂ ਹੈ। ਪਰ ਫਿਰ ਵੀ ਜੇ ਕੋਈ ਜਕਾਰਾ ਵੀ ਲਾ ਦੇਵੇ, ਜੇ ਕੋਈ ਸਵਾਲ ਵੀ ਕਰ ਦੇਵੇ, ਉਹਨੂੰ ਵੱਖਵਾਦੀ ਜਾਂ ਖਾਲਿਸਤਾਨ ਦਿਖਦਾ। ਫਿਰ ਇੱਕ ਗੱਲ ਇਹ ਹੈ ਵੀ ਉਗਰਾਹਾਂ ਦੀ ਸਟੇਟਮੈਂਟ ਦੇ ਵਿੱਚ ਤਾਂ ਉਹਨੇ ਬਲਦੇਵ ਮਾਨ ਨੂੰ ਸ਼ਹੀਦ ਵੀ ਮੰਨ ਲਿਆ ਅਤੇ ਕਿਹਾ ਵੀ ਖਾਲਿਸਤਾਨੀਆਂ ਨੇ ਸਾਡੇ ਬੰਦੇ ਮਾਰੇ ਹੈ, ਅਤੇ ਉਹ ਬਲਦੇਵ ਮਾਨ ਦੀ ਧਿਰ ਨੇ ਵੀ ਪੁਲਿਸ ਦੀ ਮਦਦ ਨਹੀਂ ਕੀਤੀ, ਵੀ ਉਹਦੇ ਕੋਈ ਸਬੂਤ ਹੈ ਨਹੀਂ ਗੇ। ਵੀ ਇੱਕ ਪਾਸੇ ਤਾਂ ਉਹ ਕਹੀ ਜਾ ਰਹੀ ਹੈ ਵੀ ਉਹਨਾਂ ਨੇ ਉਹਦੇ ਬੰਦੇ ਮਾਰੇ ਆ, ਅਤੇ ਇਹ ਹੋ ਸਕਦਾ ਵੀ ਕਿਰਤੀ ਕਿਸਾਨ ਯੂਨੀਅਨ ਨੇ ਵੀ ਬੰਦੇ ਮਾਰੇ ਹੋਣ। ਪਰ ਦੂਜੇ ਪਾਸੇ ਇਹ ਕਹਿ ਦਿੰਦਾ ਵੀ ਕਿਰਤੀ ਕਿਸਾਨ ਯੂਨੀਅਨ ਨੇ ਜਿਹੜੇ ਮਾਰੇ ਆ ਉਹਨਾਂ ਦਾ ਕੋਈ ਸਬੂਤ ਨਹੀਂ ਹੈ। ਇੱਥੋਂ ਤਾਂ ਉਹਦੀ ਬੇਈਮਾਨੀ ਲੱਗਦੀ ਹੈ, ਬੇਈਮਾਨੀ ਦਾ ਪਤਾ ਲੱਗਦਾ। ਤੁਸੀਂ ਜਿਹੜਾ ਬਿਆਨ ਦੇ ਰਹੇ ਹੋ ਇਹ ਤੁਹਾਨੂੰ ਸਕ੍ਰਿਪਟ ਕਿਸੇ ਨੇ ਲਿਖ ਕੇ ਭੇਜੀ ਹੈ, ਉਹੀ ਤੁਸੀਂ ਪੜ੍ਹਦੇ ਹੀ ਹੈ। ਤੁਹਾਡੇ ਕੋਲ ਜੇ ਜਵਾਬ ਹੋਏਗਾ ਇਸ ਚੀਜ਼ ਦਾ, ਇਹਨਾਂ ਸਵਾਲਾਂ ਦਾ, ਹੋ ਸਕਦਾ ਤੁਸੀਂ ਸੁਣੋ ਜਾਂ ਨਾ ਸੁਣੋ, ਤੁਸੀਂ ਵੱਡੇ ਬੰਦੇ ਜਾਂ ਕਿਉਂਕਿ ਉਹ ਪਹਿਲਾਂ ਵੀ ਕਿਸੇ ਨੇ ਕੋਈ ਪੇਜ ਪੂਜ 'ਤੇ ਤੁਹਾਡੇ ਬਾਰੇ ਕੁਛ ਲਿਖਿਆ ਸੀਗਾ, ਅਤੇ ਕਿ ਤੁਹਾਡੇ ਕਿਸੇ ਚੇਲੇ ਚਪਾਟੇ ਨੇ ਮੇਰਾ ਨਾਮ ਪਾ ਕੇ ਮਤਲਬ ਫੇਸਬੁੱਕ 'ਤੇ ਉਹ ਪਾ ਦਿੱਤਾ ਸੀ ਨੰਬਰ ਮੇਰਾ, ਅਤੇ ਫਿਰ ਤੁਹਾਡੇ ਚੇਲੇ ਚਪਾਟੇ ਧਮਕੀਆਂ ਵੀ ਦਿੰਦੇ ਸੀ। ਹੁਣ ਤੁਹਾਡੀਆਂ ਭੇਟਾਂ ਫਿਰ ਆਊਗੀਆਂ, ਕਿਉਂਕਿ ਮੈਂ ਤਾਂ ਹੁਣ ਸਾਫ਼ ਗੱਲ ਕੀਤੀ ਹੈ ਇੱਥੇ ਤੁਹਾਨੂੰ
मतलब कोई माड़ा चंगा भी नहीं उस तरह का किया, सवाल ही किए, सवालों का जवाब ही किया भी ਜਿਹੜਾ ਤੁਸੀਂ ਪ੍ਰਸੰਗ ਹੈ मतलब ओवरऑल यही ਕਹਾਂਗਾ कि ਜਿਹੜਾ ਤੁਸੀਂ ਪ੍ਰਸੰਗ ਸਿਰਜਦੇ ਹੋ ਉਹ ਜਿਹੀ ਉਲਟੀ ਤੁਸੀਂ ਨਾ ਕਰੋ ਤਾਂ ਫਿਰ ਵੀ ਚੰਗਾ ਹੋਵੇਗਾ। ਫਿਰ ਵੀ ਲੋਕ ਤੁਹਾਨੂੰ ਸੰਤ ਜਾਂ ਕੁਛ ਹੋਰ ਮੰਨ ਲੈਣਗੇ ਵੀ ਭਾਈ ਸਾਹਿਬ ਤੁਸੀਂ ਲੱਗੋਗੇ ਤੁਸੀਂ। ਪਰ ਤੁਹਾਡਾ ਤਾਂ ਜਿਹੜਾ ਪ੍ਰਸੰਗ ਹੈ ਜਾਂ ਫਿਰ ਤੁਸੀਂ ਜੋ ਪ੍ਰਸੰਗ ਸਿਰਜਦੇ ਹੋ ਉਹਦੇ ਬਾਰੇ ਤੁਸੀਂ ਪੜ੍ਹ ਲਿਖ ਕੇ ਆਇਆ ਕਰੋ। ਕਿਸੇ ਜਗ੍ਹਾ ਦੀ ਤਾਰ ਕਿਸੇ ਦੀ ਲੱਤ ਬਾਂਹ ਜੋੜ ਕੇ ਕੋਈ ਜਵਾਕ ਨਹੀਂ ਜੋੜੀ ਦਾ ਹੁੰਦਾ, ਇੱਦਾਂ ਜਵਾਕ ਨਹੀਂ ਜੰਮਦੇ, ਲੱਕੜ ਦੇ ਮੁੰਡੇ ਬਣਾ ਦਿੰਦੇ ਹੈਗੇ। ਕਿਤੋਂ ਕੋਈ ਲੱਤ ਜੋੜੀ, ਕਿਤੋਂ ਕੋਈ ਬਾਂਹ ਜੋੜੀ, ਕੋਈ ਕਿਤੋਂ ਕੁਛ ਘੜਤਾ। ਸੋ ਪੜ੍ਹ ਕੇ ਆਓ, ਕਿਸੇ ਚੀਜ਼ ਦਾ ਡੀਪ ਸਟੱਡੀ ਕਰੋ, ਫਿਰ ਤਾਂ ਗੱਲ ਕਰ ਸਕਦੇ ਹਾਂ। ਕੋਈ ਸਪਿਰਿਚੁਅਲਿਜ਼ਮ ਦੀ ਗੱਲ ਕਰੋ, ਕੋਈ ਕਸਟਮ ਦੀ ਗੱਲ ਉਹ ਕਰੋ, ਫਿਰ ਤਾਂ ਕਿਤੇ ਲੱਗਦਾ ਵੀ ਤੁਸੀਂ ਤੁਹਾਡੇ ਪੱਲੇ ਕੁਛ ਹੈਗਾ। ਤੁਸੀਂ ਤਾਂ ਗੱਲ ਉਹੀ ਕਰਦੇ ਵੀ 10ਵੀਂ 12ਵੀਂ ਵਾਲਾ ਜਵਾਕ ਦੇ ਵਿੱਚ ਜਿੰਨੀਆਂ ਕੁ ਤੁਸੀਂ ਗੱਲਾਂ ਕਰਦੇ ਆ ਉਹਨੂੰ ਤਰਕਵਾਦ ਵਧੀਆ ਲੱਗਦਾ ਵੀ ਤੁਹਾਡਾ ਵੀ ਤਰਕਵਾਦ ਉੱਥੇ ਹੀ ਪੁੱਜਿਆ ਹੋਇਆ। ਤੁਸੀਂ ਤਰਕ ਦੇ ਤਾਂ ਉੱਪਰ ਤਾਂ ਪਹੁੰਚੇ ਹੀ ਨਹੀਂ, ਤੁਹਾਨੂੰ ਪਤਾ ਹੀ ਨਹੀਂ ਵੀ ਕਿੱਥੇ ਦੀ ਗੱਲ ਕਿੱਥੇ ਉਹ ਕਰਨੀ ਹੈ। ਇੱਕ ਸੋਵਰਨ ਸਟੇਟ ਅਤੇ ਇੱਕ ਗੈਰ ਸੋਵਰਨ ਸਟੇਟ ਦੇ ਵਿੱਚ ਤੁਸੀਂ ਕੰਪੈਰੀਜ਼ਨ ਕਰਕੇ ਉਹ ਤਾਨੇ ਮਾਰਨ ਵਾਲੀ ਗੱਲ ਕਰਦੇ ਵੀ ਜਿਵੇਂ ਕੋਈ ਤੀਵੀਂ ਨਹੀਂ ਤਾਨੇ ਮਾਰਦੀ ਹੁੰਦੀ ਵੀ ਇੱਕ ਬਾਦਸ਼ਾਹ ਦੇ ਨਾਲ ਆਪਣੇ ਸਧਾਰਨ ਜਿਹੇ ਮਜ਼ਦੂਰ ਆਦਮੀ ਦਾ ਕੰਪੈਰੀਜ਼ਨ ਕਰੇ ਵੀ ਉਹਦੇ ਕੋਲ ਤਾਂ ਆਹ ਹੈ ਤੇਰੇ ਕੋਲ ਹੈ ਨਹੀਂ ਗਾ ਮਿਹਣੇ। ਉਹ ਵਿਚਾਰਾ ਜੋ ਮਿਹਨਤ ਕਰਕੇ ਲੈ ਕੇ ਵੀ ਆਉਂਦਾ ਅਤੇ ਉਹਨੂੰ ਵੀ ਦਤਕਾਰੀ ਜਾਣ। ਸੋ ਇਹੋ ਜਿਹੀ ਤੁਹਾਡੇ ਅੱਗੇ ਇਹੀ ਅਪੀਲ ਹੈ ਵੀ ਇਹੋ ਜਿਹੀ ਗੱਲਾਂ ਤੋਂ ਬਚੋ। ਅਤੇ ਬਸ ਮੈਂ ਇਹੀ ਗੱਲਾਂ ਕਹਿਣੀਆਂ ਸੀ। ਅਤੇ ਤੁਹਾਡਾ ਮਤਲਬ ਆਹ ਜੋ ਪ੍ਰਸੰਗ ਸੁਣਿਆ ਅਤੇ ਕੱਲ੍ਹ ਵਾਲਾ ਬਿਆਨ ਤੁਹਾਡਾ ਸੁਣਿਆ ਅਤੇ ਖਿਝ ਹੀ ਚੜ੍ਹੀ ਵੀ ਭਾਈ ਇਹ ਗੱਲ ਹੈ ਵੀ ਹਾਂ ਜ਼ਿਆਦਾ ਖਿਝ ਤੁਹਾਡੇ ਉਸ ਬਿਆਨ 'ਤੇ ਸੀ IPL ਵਾਲੇ 'ਤੇ ਵੀ ਜਿੱਥੇ ਤੁਸੀਂ ਸੰਗੀਤ ਦੀ ਤੁਹਾਨੂੰ ਕੋਈ ਜਾਣਕਾਰੀ ਨਹੀਂ ਹੈ, ਕਿਤੇ ਤੁਹਾਨੂੰ ਨਾਅਰਿਆਂ ਦੀ ਜਾਣਕਾਰੀ ਨਹੀਂ ਹੈ, ਕਿਸੇ ਦੁਨੀਆ ਦੇ ਨਾਅਰਿਆਂ ਨਾਲ ਦੁਨੀਆ ਦੀ ਫਰੀਡਮ ਸਟਰਗਲ ਜੁੜੀਆਂ ਹੋਈਆਂ, ਦੁਨੀਆ 'ਚ ਕ੍ਰਾਂਤੀਆਂ ਜੁੜੀਆਂ ਹੋਈਆਂ, ਕਈ ਸਲੋਗਨ ਹੁੰਦੇ ਆ, ਹਰੇਕ ਸੰਘਰਸ਼ ਦਾ ਇੱਕ ਸਲੋਗਨ ਹੁੰਦਾ। ਕਿਤੇ ਨਾਅਰੇ ਜੋਸ਼ ਭਰਦੇ ਆ, ਇਹ ਤੁਸੀਂ ਚਲਤਾਊ ਜੀਆਂ ਧੁਨਾਂ ਨਾਲ ਇਹ ਚੀਜ਼ ਨਹੀਂ ਉਹ ਕਰ ਸਕਦੇ। ਸੋ ਇਹ ਚੀਜ਼ ਸਮਝਣੀ ਚਾਹੀਦੀ ਹੈ। ਸੋ ਇੰਨਾ ਹੀ ਕਹਾਂਗਾ। ਜੇ ਕੋਈ ਭੁੱਲ ਚੁੱਕ ਹੋਵੇ ਜਾਂ ਕਿਸੇ ਹੋਰ ਬੰਦੇ ਨੂੰ ਮਾੜਾ ਚੰਗਾ ਕਿਹਾ ਹੋਵੇ ਤਾਂ ਭਾਈ ਮਾਫੀ ਦਾ ਖਿਮਾ ਦਾ ਜਾਚਕ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਿਵੇਂ ਕਿ ਹੁਣ ਦੇਖਦੇ ਪਏ ਹਾਂ ਕਿ ਕੁਛ ਦਿਨ ਤੋਂ ਡੇਰਾ ਪਰਮੇਸ਼ਵਰ ਦੁਆਰ ਦੇ ਜਿਹੜੇ ਮੁਖੀ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ, ਉਹਨਾਂ ਦੇ ਕਈ ਗੱਲਾਂ 'ਤੇ ਮਤਲਬ ਕੋਈ ਬਿਆਨ ਆ ਰਹੇ ਹੈ। ਜਿਵੇਂ ਕਿ ਹੁਣ ਕਿਸਾਨ ਅੰਦੋਲਨ 'ਤੇ ਵੀ ਉਹਨਾਂ ਦਾ ਆਇਆ ਬਿਆਨ, ਕੁਛ ਉਹ ਲੰਗਰਾਂ ਵਾਲੇ ਵੀ ਬੋਲ ਰਹੇ ਹੈ। ਅਤੇ ਇਸ ਤੋਂ ਇਲਾਵਾ ਉਹਨਾਂ ਨੇ ਪਿਛਲੇ ਸਮਿਆਂ ਵਿੱਚ ਕਈ ਮਸਲਿਆਂ 'ਤੇ ਆਪਣੇ ਮਤਲਬ ਜਿਹੜਾ ਉਹ ਉੱਥੇ ਆਪਣਾ ਪ੍ਰਵਚਨ ਸਿਰਜਦੇ ਹੈ, ਉਹਦੇ ਵਿੱਚ ਕਈ ਗੱਲਾਂ ਉਹਨਾਂ ਨੇ ਕੀਤੀਆਂ। ਪਿਛਲੇ ਸਾਲ ਵੀ ਉਹਨਾਂ ਦਾ ਇੱਕ ਬਿਆਨ ਆਇਆ ਸੀ ਜਦੋਂ ਉਹਨਾਂ ਨੇ ਇਮਾਰਤਾਂ ਬਾਰੇ ਕੁਝ ਕਿਹਾ ਸੀਗਾ ਅਤੇ ਹਰਿਮੰਦਰ ਸਾਹਿਬ ਨੂੰ ਇੱਕ ਆਮ ਇਮਾਰਤ ਅਤੇ ਆਮ ਸਰੋਵਰ ਦੱਸਿਆ ਸੀਗਾ। ਆਪਾਂ ਉਹਨਾਂ ਦਾ ਮਤਲਬ ਲਫ਼ਜ਼ਾਂ ਦਾ ਲਿਹਾਜ਼ ਕਰਦੇ ਹੋਏ ਮਤਲਬ ਬਿਨਾਂ ਕਿਸੇ ਭੱਦੀ ਸ਼ਬਦਾਵਲੀ ਤੋਂ ਇੱਕ ਇੱਕ ਕਰਕੇ ਉਹਨਾਂ ਵੱਲੋਂ ਜੋ ਪ੍ਰਵਚਨ ਸਿਰਜਿਆ ਗਿਆ ਸੀ ਉਹਦਾ ਜਵਾਬ ਦੇਵਾਂਗੇ। ਅਤੇ ਉਹ ਵੀ ਮਤਲਬ ਇੱਕ ਸਹਿਜ ਲਿਹਾਜ਼ ਕਰਦੇ ਹੋਏ ਅਤੇ ਇੱਕ ਆਪਣੇ ਨੋਰਮਲ ਅੰਦਾਜ਼ ਦੇ ਵਿੱਚ ਆਪਾਂ ਗੱਲ ਕਰਾਂਗੇ। ਅਤੇ ਇਹਨਾਂ ਜੋ ਆਪਾਂ ਸਵਾਲਾਂ ਦੇ ਜਵਾਬ ਦੇਵਾਂਗੇ ਅਤੇ ਆਸ ਕਰਾਂਗੇ ਕਿ ਉਹ ਜਵਾਬ ਦੇਣ। ਪਿਛਲੇ ਸਾਲ ਉਹਨਾਂ ਨੇ ਕਿਹਾ ਸੀਗਾ ਕਿ ਹਰਿਮੰਦਰ ਸਾਹਿਬ ਇੱਕ ਆਮ ਇਮਾਰਤ ਹੈ ਅਤੇ ਉਹ ਸਰੋਵਰ ਆਮ ਇਮਾਰਤ ਹੈ। ਪਤਾ ਨਹੀਂ ਉਹਨਾਂ ਦਾ ਕੰਟੈਕਸਟ ਕੀ ਸੀਗਾ, ਪਰ ਕੋਈ ਵੀ ਧਾਰਮਿਕ ਇਮਾਰਤ ਜਿਹੜੀ ਹੁੰਦੀ ਹੈ, ਜੇਕਰ ਉਹਨਾਂ ਨੇ ਇਤਿਹਾਸ ਪੜ੍ਹਿਆ ਹੋਵੇ ਦੁਨੀਆ ਦਾ, ਹਾਲਾਂਕਿ ਅੱਜ ਤੱਕ ਜੋ ਉਹਨਾਂ ਦੀ ਗੱਲਬਾਤ ਦੇਖੀ ਹੈ ਉਹਦੇ ਵਿੱਚੋਂ ਇਹ ਸਾਫ਼ ਗੱਲ ਦਿਖਦੀ ਹੈ ਕਿ ਉਹਨਾਂ ਨੇ ਨਾ ਤਾਂ ਕੋਈ ਇਤਿਹਾਸ ਦੀ ਜਾਣਕਾਰੀ ਹੈ, ਨਾ ਹੀ ਉਹਨਾਂ ਨੂੰ ਕਸਟਮ ਦੀ ਜਾਣਕਾਰੀ ਹੈ, ਨਾ ਹੀ ਉਹਨਾਂ ਨੂੰ ਸਪਿਰਿਚੁਅਲ ਤੌਰ 'ਤੇ ਕੋਈ ਜਾਣਕਾਰੀ ਹੈਗੀ। ਇੱਕ ਰਿਜਿਡ ਜਿਹਾ ਗਿਆਨ ਹੈ
ਵੀ ਜਿਹੜਾ 10ਵੀਂ 12ਵੀਂ ਦਾ ਜਵਾਕ ਵੀ ਜਦੋਂ ਨਵਾਂ ਤਰਕਸ਼ੀਲ ਬਣਦਾ ਹੈ, ਉਸ ਪੱਧਰ ਦੀ ਗੱਲ ਕਰਦੇ ਆ। ਉਹਨਾਂ ਦਾ ਇਹਨੇ ਕਿਹਾ ਸੀਗਾ ਵੀ ਬਾਕੀ ਇਮਾਰਤਾਂ ਵਾਂਗ ਹੀ ਹੈ ਹਰਿਮੰਦਰ ਸਾਹਿਬ। ਤਾਂ ਆਪਾਂ ਦੁਨੀਆ ਦੇ ਵਿੱਚ ਵੱਖੋ ਵੱਖ ਇਮਾਰਤਾਂ ਦੀ ਗੱਲ ਕਰਦੇ ਹਾਂ, ਜਾਂ ਕਿਸੇ ਧਰਮ ਦੀ ਹੈ ਜਿਹੜੀ ਉਹਦੀ ਧਾਰਮਿਕ ਥਾਂ ਹੈ, ਜਿਹੜੀ ਉਹਦੀ ਸਰਵਉੱਚ ਜਗ੍ਹਾ ਹੁੰਦੀ ਹੈ, ਉਹ ਕਦੀ ਵੀ ਆਮ ਨਹੀਂ ਹੋ ਸਕਦੀ। ਜੇਕਰ ਇਸ ਤਰ੍ਹਾਂ ਹੁੰਦਾ ਤਾਂ ਦੁਨੀਆ ਵਿੱਚ 2-4 ਹਜ਼ਾਰ ਸਾਲ ਤੋਂ ਜਿਹੜੀ ਲੜਾਈ ਚੱਲੀ ਆ ਰਹੀ ਹੈ ਹੁਣ ਦੇ ਵਰਲਡ ਆਰਡਰ ਤੱਕ, ਉਹ ਮਤਲਬ ਲਗਾਤਾਰਤਾ ਵਿੱਚ ਨਹੀਂ ਚੱਲਣੀ ਸੀ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਯਰੂਸ਼ਲਮ ਵਿੱਚ ਪਿਛਲੇ 2-2.5 ਹਜ਼ਾਰ 3 ਹਜ਼ਾਰ ਸਾਲ ਤੋਂ ਲੜਾਈ ਚੱਲਦੀ ਆ ਰਹੀ ਹੈ। ਉਸ ਤੋਂ ਬਾਅਦ ਉਹਦੇ ਵਿੱਚ ਵੱਖਰੇ ਵੱਖਰੇ ਕਬੀਲਿਆਂ ਤੋਂ ਬਾਅਦ ਕ੍ਰਿਸ਼ਨਾ ਦੇ ਵਿੱਚ ਵੀ ਲੜਾਈ ਰਹੀ, ਕ੍ਰਿਸ਼ਨਾ ਅਤੇ ਯਹੂਦੀਆਂ ਦੇ ਵਿੱਚ। ਫਿਰ ਉਸ ਤੋਂ ਬਾਅਦ ਮੁਸਲਮਾਨਾਂ ਅਤੇ ਬਾਕੀਆਂ ਵਿੱਚ ਵੀ ਲੜਾਈ ਚੱਲਦੀ ਰਹੀ। ਫਿਰ ਆਪਾਂ 11ਵੀਂ ਸਦੀ ਵਿੱਚ ਦੇਖਦੇ ਆਉਂਦੇ ਹਾਂ ਕਿ ਉਹਦੇ ਵਿੱਚ ਯਰੂਸ਼ਲਮ ਦੇ ਲਈ ਕਰੂਸੇਡਰ ਅਤੇ ਅਰਬਾਂ ਵਿੱਚ ਲੜਾਈ ਚੱਲਦੀ ਰਹੀ ਹੈ। ਅਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਵੀ ਫਿਰ ਯਹੂਦੀ ਆ ਗਏ ਉੱਥੇ, ਅਤੇ ਹੁਣ ਵੀ ਯਰੂਸ਼ਲਮ ਵਿੱਚ ਦਾਅਵੇ ਲਈ ਤਿੰਨਾਂ ਧਰਮਾਂ ਦੀ ਲੜਾਈ ਚੱਲਦੀ ਆ ਰਹੀ ਹੈ। ਹਾਲਾਂਕਿ ਇਹ ਤਿੰਨੇ ਧਰਮ ਇੱਕੋ ਪਿਓ ਦੇ ਹੀ ਔਲਾਦ ਹਨ, ਇਬਰਾਹਿਮ ਤੋਂ ਨਿਕਲੇ ਧਰਮ ਹਨ, ਚਾਹੇ ਮੁਸਲਿਮ ਹੈ, ਚਾਹੇ ਕ੍ਰਿਸਚਨ ਹੈ, ਚਾਹੇ ਯਹੂਦੀ। ਪਰ ਇਹਨਾਂ ਦੀ ਲੜਾਈ ਉਸ ਯਰੂਸ਼ਲਮ ਦੀ ਪਵਿੱਤਰ ਥਾਂ ਲਈ ਹਾਲੇ ਤੱਕ ਚੱਲ ਰਹੀ ਹੈ। ਦੂਸਰੀ ਗੱਲ ਆ ਜਾਂਦੇ ਆਪਾਂ ਸੇਂਟ ਕੌਂਸਟੈਂਟਾਈਨ, ਜਿੱਥੇ ਆਪਾਂ ਇਸਤਾਂਬੁਲ ਦਾ ਸੁਣਿਆ ਹੋਊਗਾ ਵੀ ਪਿੱਛੇ ਜਿਹੇ ਇੱਕ ਉਹ ਸੀਗੀ ਹੇਗੀਆ ਸੋਫੀਆ ਨੂੰ ਮੁੜ ਕੇ ਮਸੀਤ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ। ਅਤੇ ਉਹ ਇਹੀ ਸੀ ਵੀ ਉਹ ਜਿਹੜੀ ਹੇਗੀਆ ਸੋਫੀਆ ਸੀ ਇੱਕ ਚਰਚ ਸੀਗੀ। ਫਿਰ ਜਦੋਂ ਅਰਬਾਂ ਨੇ ਸੇਂਟ ਕੌਂਸਟੈਂਟਾਈਨ 'ਤੇ ਕਬਜ਼ਾ ਕਰ ਲਿਆ ਅਤੇ ਉਹਨਾਂ ਨੇ ਉੱਥੇ ਮਸੀਤ ਬਣਾ ਦਿੱਤੀ ਸੀ। ਅਤੇ ਉਸ ਤੋਂ ਬਾਅਦ ਜਦੋਂ ਮੁਸਤਫਾ ਕਮਾਲ ਪਾਸ਼ਾ ਦਾ ਰਾਜ ਆਇਆ ਅਤੇ ਉਸ ਥਾਂ ਨੂੰ ਉਹਨੇ ਇੱਕ ਲਾਇਬ੍ਰੇਰੀ 'ਚ ਤਬਦੀਲ ਕਰ ਦਿੱਤਾ ਸੀ, ਜਾਂ ਉਹ ਇੱਕ ਮਿਊਜ਼ੀਅਮ ਟਾਈਪ ਉਸਨੇ ਬਣਾ ਦਿੱਤਾ ਸੀਗਾ। ਅਤੇ ਹੁਣ ਉਹ ਪਿਛਲੇ ਸਾਲ ਹੇਗੀਆ ਸੋਫੀਆ ਦੁਬਾਰਾ ਮਤਲਬ ਤੁਰਕੀ ਦੀ ਸਰਕਾਰ ਨੇ ਮਸੀਤ 'ਚ ਕਨਵਰਟ ਕਰ ਦਿੱਤੀ ਹੈ। ਇਸੇ ਤਰ੍ਹਾਂ ਆਪਾਂ ਗੱਲ ਕਰ ਲੈਂਦੇ ਹਾਂ ਵੀ ਅਯੋਧਿਆ ਦੀ। ਅਯੋਧਿਆ ਵਿੱਚ ਬਾਬਰੀ ਮਸਜਿਦ ਸੀ ਜਾਂ ਰਾਮ ਜਨਮ ਭੂਮੀ ਸੀ। ਕੀ ਉਹ ਹਿੰਦੂਆਂ ਲਈ ਛੋਟੀ ਗੱਲ ਹੋਵੇਗੀ? ਅਯੋਧਿਆ, ਮਥੁਰਾ ਜਾਂ ਬਨਾਰਸ ਉਹਨਾਂ ਦਾ ਜੋ ਵੀ ਉਹ ਹੈ, ਜਿੱਥੇ ਉਹਨਾਂ ਦਾ ਦਾਅਵਾ ਹੈ ਵੀ ਉਹਨਾਂ ਦੇ ਮਤਲਬ ਰਿਲੀਜੀਅਸ ਉਹਦੇ ਵਿੱਚ ਯਕੀਨ ਪ੍ਰੈਕਟਿਸ ਦੇ ਵਿੱਚ ਸਭ ਤੋਂ ਵੱਡੀਆਂ ਥਾਵਾਂ ਹਨ, ਕਿ ਉਹਨਾਂ ਨੂੰ ਲਈ ਇੱਕ ਨੋਰਮਲ ਜਗ੍ਹਾ ਹੋਵੇਗੀ? ਹੁਣ ਉਸੀ ਕੰਟੈਕਸਟ 'ਚ ਜਦ ਦੇਖਦੇ ਹਾਂ ਵੀ ਇੱਕ ਹਰਿਮੰਦਰ ਸਾਹਿਬ ਨਾਲ ਸਿੱਖ ਇਤਿਹਾਸ ਜੁੜਿਆ ਪਿਆ। ਸਿੱਖਾਂ ਦੀਆਂ ਕਈ ਲੜਾਈਆਂ ਹੋਈਆਂ, ਸਿੱਖਾਂ ਨੇ ਇਹਦੇ ਹਰਿਮੰਦਰ ਸਾਹਿਬ ਦੇ ਵਿੱਚ ਆ ਕੇ ਸ਼ਹੀਦੀਆਂ ਦਿੱਤੀਆਂ ਨੇ। ਸਿੱਖਾਂ ਨੇ ਹਮੇਸ਼ਾ ਮੁਸਲਿਮ ਜਿਹੜੀ ਮੁਗਲ ਸਲਤਨਤ ਸੀਗੀ ਉਹਨੂੰ ਹਮੇਸ਼ਾ ਲਲਕਾਰਿਆ ਵਾ। ਉਹ ਹਰਿਮੰਦਰ ਸਾਹਿਬ ਤੋਂ ਹੀ ਲਲਕਾਰਿਆ ਵੀ ਇਹ ਦੇਖ ਲਓ ਵੀ ਜਦੋਂ ਅਬਦਾਲੀ ਦਾ ਟਾਈਮ ਸੀ ਜਾਂ ਮੱਸੇ ਰੰਗੜ ਦਾ ਟਾਈਮ ਸੀ ਜਾਂ ਜ਼ਕਰੀਆ ਦਾ ਟਾਈਮ ਸੀਗਾ, ਹਮੇਸ਼ਾ ਹੀ ਹਮਲਾ ਹਰਿਮੰਦਰ ਸਾਹਿਬ 'ਤੇ ਕਿਉਂ ਹੁੰਦਾ ਸੀ? ਕਿਉਂਕਿ ਉਹ ਇੱਕ ਸਿੰਬਲ ਸੀਗਾ ਵੀ ਇਹ ਇਹਨਾਂ ਦੀ ਰੂਹਾਨੀ ਸ਼ਕਤੀ ਦਾ ਕੇਂਦਰ ਹੈ, ਅਤੇ ਇੱਥੇ ਸੱਟ ਮਾਰਾਂਗੇ ਅਤੇ ਹੋ ਸਕਦਾ ਵੀ ਇਹ ਸਿੱਖ ਢਹਿ ਜਾਣ ਜਾਂ ਕਮਜ਼ੋਰ ਪੈ ਜਾਣ। ਪਰ ਇਹੀ ਇੱਕ ਆਪਾਂ ਦੇਖ ਲੈਂਦੇ ਵੀ ਉਹ ਰੂਹਾਨੀਅਤ ਦੀ ਇੱਕ ਜਿਹੜੀ ਜਾਂ ਸਪਿਰਿਚੁਅਲ ਅਤੇ ਇੱਕ ਪੋਲੀਟੀਕਲ ਸ਼ਕਤੀ ਦਾ ਸਿੰਬਲ ਸੀਗਾ ਕਿ ਸਿੱਖ ਹਮੇਸ਼ਾ ਤਕੜੇ ਹੋ ਜਾਂਦੇ ਸੀ। ਤਾਂ ਇਹ ਦੇਖ ਲਓ ਵੀ ਜੇ 84 ਵਿੱਚ ਵੀ ਅਕਾਲ ਤਖ਼ਤ 'ਤੇ ਹਮਲਾ ਇਸ ਕਰਕੇ ਨਹੀਂ ਸੀ ਹੋਇਆ ਵੀ ਉਹ ਕੋਈ ਸਿਰਫ ਇੱਕ ਗੁਰਦੁਆਰਾ ਜਾਂ ਇਮਾਰਤ ਸੀ, ਉੱਥੇ ਕੋਈ ਖੜਕੂ ਲੁਕ ਗਏ ਸੀ। ਐਕਚੁਅਲ 'ਚ ਉਹ ਸਿੱਖਾਂ ਦਾ ਉਹੀ ਇੱਕ ਸੈਂਟਰ ਸੀਗਾ ਜਿੱਥੋਂ ਉਹਨਾਂ ਨੂੰ ਰਾਜਨੀਤੀ ਦੀ ਵਿਰਾਸਤ ਮਿਲਦੀ ਸੀ, ਅਤੇ ਉਹਨੂੰ ਢਾਣ ਦਾ ਮਤਲਬ ਇਹ ਸੀਗਾ ਵੀ ਸਿੱਖਾਂ ਦੇ ਹੌਸਲੇ ਪਸਤ ਕਰਨੇ। ਅਤੇ ਇਹ ਢੱਡੀਆਂ ਵਾਲਿਆਂ ਨੂੰ ਲੱਗਦਾ ਹੈ ਕਿ ਇਹ ਜੀ ਆਮ ਇਮਾਰਤਾਂ ਹਨ। ਸੋ ਇਹਨਾਂ ਦਾ ਮਤਲਬ ਆਪਾਂ ਇਹ ਕਹਿ ਸਕਦੇ ਵੀ ਇਹਨਾਂ ਦਾ ਗਿਆਨ ਇੱਕ ਉਹੀ ਨਵੇਂ ਤਰਕਸ਼ੀਲ ਬਣੇ, ਜਿਹੜਾ ਉਹ ਬਠਿੰਡੇ ਤੋਂ ਹੁੰਦਾ ਨਾ, ਉਹ ਤਰਕਸ਼ੀਲਤਾ ਦੀਆਂ ਕਿਤਾਬਾਂ ਖਰੀਦ ਲੈਂਦਾ ਅਤੇ ਉਹਨੂੰ ਲੱਗਦਾ ਵੀ ਬਹੁਤ ਵੱਡਾ ਮੈਂ ਗਿਆਨੀ ਬਣ ਗਿਆ।
ਸੋ ਇਹ ਉਸੀ ਤਰ੍ਹਾਂ ਦਾ ਇਹਨਾਂ ਦਾ ਚਲਤਾਊ ਜਿਹਾ ਗਿਆਨ ਹੈ। ਫਿਰ ਇਹਨਾਂ ਨੇ ਪਿਛਲੇ ਸਾਲ ਇੱਕ ਬਿਆਨ ਦਿੱਤਾ ਸੀ ਲੰਗਰਾਂ ਬਾਰੇ, ਸਵਾਲ ਚੱਕਿਆ ਸੀਗਾ ਜੀ ਉਹ ਵੀ ਲੰਗਰ ਇਹ ਨਹੀਂ ਹੈ, ਲੰਗਰ ਤਾਂ ਦਵਾਈਆਂ, ਸਿਹਤ, ਪਤਾ ਨਹੀਂ ਅਮਰੀਕਾ ਜਾਂ ਯੂਰਪ ਦੀ ਉਹ ਮਿਸਾਲ ਦੇ ਰਹੇ ਸੀਗੇ। ਅਤੇ ਕੱਲ੍ਹ ਵਾਲੇ ਉਹਦੇ ਵਿੱਚ ਵੀ ਇਹਨਾਂ ਦਾ ਇਹ ਪ੍ਰਸੰਗ ਸਿਰਜਿਆ ਸੀਗਾ। ਆਪਾਂ ਦੋਨਾਂ ਥਾਵਾਂ ਦੀ ਗੱਲ ਕਰ ਲਾਂਗੇ। ਪਿਛਲੇ ਸਾਲ ਜਿਹੜਾ ਇਹ ਲੰਗਰਾਂ ਨੂੰ ਕਹਿ ਰਹੇ ਸੀਗੇ, ਦੇਖੋ ਜਿਹੜੀਆਂ ਗੱਲਾਂ ਕਹਿ ਰਹੇ ਸੀ ਵੀ ਹਸਪਤਾਲ, ਕਾਲਜ, ਸਕੂਲ, ਸਿੱਖਾਂ ਦੀ ਜਿਹੜੇ ਲੰਗਰ ਤੱਕ ਪਹੁੰਚ ਇਸ ਕਰਕੇ ਹੈ ਵੀ ਇੱਕ ਤਾਂ ਲੰਗਰ ਦਾ ਸਿਧਾਂਤ ਉਹਨਾਂ ਨੂੰ ਸ਼ੁਰੂ ਤੋਂ ਮਿਲਿਆ, ਠੀਕ ਹੈ। ਦੂਸਰੀ ਗੱਲ ਇਹ ਸੀਗੀ ਵੀ ਜਿਸ ਦੌਰ ਦੇ ਵਿੱਚ ਲੰਗਰ ਸ਼ੁਰੂ ਕੀਤਾ, ਜਿਹੜਾ ਸੰਸਥਾਨ ਸ਼ੁਰੂ ਹੋਇਆ, ਉਸ ਦੌਰ ਦੇ ਵਿੱਚ ਜ਼ਿਆਦਾਤਰ ਜਿਹੜੇ ਸਿੱਖ ਸੀਗੇ ਉਹ ਆਪਣੇ ਤੌਰ 'ਤੇ ਹੀ ਖੁਦ ਮੁਖਤਿਆਰ ਸਨ। ਜਾਂ ਤਾਂ ਉਹ ਜ਼ਿਆਦਾਤਰ ਲੋਕ ਕਿਸਾਨ ਸੀ ਜਾਂ ਛੋਟੇ ਛੋਟੇ ਵਪਾਰ ਕਰਦੇ ਹੁੰਦੇ ਸੀ, ਅਤੇ ਇੱਕ ਖੁਦ ਮੁਖਤਿਆਰ ਪੇਸ਼ਾ ਸੀ। ਆਹ ਤਾਂ ਜਿਹੜਾ ਇੰਡਸਟਰੀਅਲ ਰੈਵੋਲਿਊਸ਼ਨ ਹੈ, ਜਿਹੜਾ ਆਪਾਂ ਰੁਜ਼ਗਾਰ ਵਾਲੀ ਗੱਲ ਕਰਦੇ ਹਾਂ, ਇਹ ਤਾਂ ਸਾਰੀ 150-200 ਸਾਲ ਪੁਰਾਣੀ ਗੱਲ ਹੈ। ਅਤੇ ਦੂਸਰੀ ਗੱਲ ਇਹ ਹੈ ਵੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ, ਰੁਜ਼ਗਾਰ, ਸਿਹਤ ਜਾਂ ਸਿੱਖਿਆ, ਇਹ ਸਟੇਟ ਦਾ ਮਸਲਾ ਹੈ। ਜਾਂ ਤਾਂ ਇਹ ਮੰਨ ਲੈਂਦੇ ਵੀ ਸਿੱਖ ਇੱਕ ਸੋਵਰਨ ਸਟੇਟ ਹੈ, ਉਹਦੇ ਵਿੱਚ ਇਹ ਸਿੱਖਾਂ ਦੀ ਨੂੰ ਉਸ ਹੋਂਦ ਦੇ ਵਿੱਚ ਸਵੀਕਾਰ ਕਰਨ ਅਤੇ ਉਸ ਹੋਂਦ ਨੂੰ ਮੰਨਦੇ ਹੋਏ ਟੈਕਸ ਭਰਨਾ ਸ਼ੁਰੂ ਕਰਨ। ਆਪਾਂ ਸਾਰੇ ਟੈਕਸ ਭਰਨਾ ਸ਼ੁਰੂ ਕਰ ਲੈਂਦੇ ਹਾਂ। ਜੇ ਇਹ ਕਹਿੰਦੇ ਆ ਵੀ ਸਿੱਖ ਸੋਵਰਨ ਉਹ ਹੈ, ਤਾਂ ਅਸੀਂ ਕਾਲਜਾਂ ਦੀ, ਰੁਜ਼ਗਾਰ ਦੀ ਜਾਂ ਮੈਡੀਕਲ ਸਹੂਲਤਾਂ ਦੀ ਗੱਲ ਕਰ ਸਕਦੇ ਹਾਂ। ਹੁਣ ਦੂਸਰੀ ਗੱਲ ਇਹ ਹੈ ਵੀ ਜੇ ਸਿਰਫ ਉਹ ਇੱਕ ਆਪਣੇ ਟਰੱਸਟ ਦੇ ਤੌਰ 'ਤੇ ਛੋਟਾ ਮੋਟਾ ਕੁਛ ਖੋਲ੍ਹ ਵੀ ਲੈਂਦੇ ਹੈ, ਤਾਂ ਜ਼ਰੂਰੀ ਨਹੀਂ ਹੋ ਜਾਂਦਾ ਕਿ ਉਹਨਾਂ ਦੀ ਇਹ ਪੂਰੀ ਜ਼ਿੰਮੇਵਾਰੀ ਹੋਊਗੀ ਜੀ ਆਹ ਕਰਨਾ। ਉਹ SGPC ਇੱਕ ਛੋਟੀ ਸੰਸਥਾ ਹੈ, ਉਹਦਾ ਕੰਮ ਗੁਰਦੁਆਰਿਆਂ ਦਾ ਰੱਖ ਰਖਾਵ ਹੈ। ਹਾਂ ਠੀਕ ਹੈ, ਆਸ ਕੀਤੀ ਜਾਣੀ ਚਾਹੀਦੀ ਹੈ ਵੀ ਠੀਕ ਹੈ ਵੀ ਸਿਹਤ ਦੀ ਜਾਂ ਸੁਵਿਧਾਵਾਂ ਜਾਂ ਸਿੱਖਿਆ ਦਾ ਵੀ ਸੋਚੇ ਕੌਮ ਬਾਰੇ, ਜੋ ਵੀ ਹੈ। ਪਰ ਇਸ ਨੂੰ ਜਦ ਆਪਾਂ ਇੱਕ ਸਟੇਟ ਦੇ ਨਾਲ, ਜਿਹੜੀ ਇੱਕ ਸੋਵਰਨ ਸਟੇਟ ਦੇ ਨਾਲ ਕੰਪੈਰੀਜ਼ਨ ਕਰ ਲੈਂਦੇ ਹਾਂ, ਤਾਂ ਉਹ ਬਹੁਤ ਵੱਡੀ ਮੂਰਖਤਾ ਹੋਊਗੀ। ਸਟੇਟ ਦਾ ਜਿਹੜਾ ਬਜਟ ਹੈ ਹਜ਼ਾਰਾਂ ਕਰੋੜਾਂ 'ਚ, ਅਰਬਾਂ ਦੇ ਵਿੱਚ, ਅਰਬਾਂ ਖਰਬਾਂ ਦੇ ਵਿੱਚ ਬਜਟ ਹੁੰਦਾ ਹੈ, ਅਤੇ 11 ਅਰਬ ਦਾ ਸ਼੍ਰੋਮਣੀ ਕਮੇਟੀ ਦਾ ਬਜਟ ਹੈ। ਅਤੇ ਹੋਰ ਵੀ ਦੇਖਿਆ ਜਾਵੇ ਤਾਂ ਮਤਲਬ ਸਿੱਖ ਜਦ ਤੱਕ ਇੱਕ ਸੋਵਰਨ ਸਟੇਟ ਹੀ ਨਹੀਂ ਹੈਗੇ, ਤਾਂ ਉਹਨਾਂ ਕੋਲ ਆਸ ਇਸ ਤਰ੍ਹਾਂ ਦੀ ਕਰ ਹੀ ਨਹੀਂ ਸਕਦੇ। ਜੇ ਆਪਾਂ ਗੱਲ ਕਰ ਲੈਂਦੇ ਹਾਂ ਵੀ NGOs ਕੁਛ ਕਰਦੇ ਆ, NGOs ਮਤਲਬ ਕੋਈ ਗੌਰਮੈਂਟ ਬੋਡੀ ਨਹੀਂ ਹੁੰਦਾ, ਇੱਕ ਸੰਸਥਾਨ ਹੁੰਦੇ ਆ। ਇਹਨੇ ਵਿੱਚ ਕੁਛ ਇੱਕ ਮਤਲਬ ਇਹ ਧਾਰਮਿਕ ਸੰਸਥਾਵਾਂ ਦੇ ਮੁਕਾਬਲਾ ਵੀ ਨਹੀਂ ਕਰ ਸਕਦੇ, ਛੋਟੀ ਮੋਟੀ ਕੋਈ ਹੈਲਪ ਕਰ ਸਕਦੇ ਇਹ ਸਮਾਜ ਸੇਵਾ ਟਾਈਪ। ਅਤੇ ਉਹਦੇ ਵਿੱਚ ਇੱਕ NGO ਨੇ ਆਪਣੇ ਖਰਚੇ ਵੀ ਕੱਢਣੇ ਹੁੰਦੇ ਆ। ਜੇ ਮੰਨ ਲਓ ਕਿ ਆਪਾਂ ਦੇਖ ਲਈਏ ਕਿ ਇੱਕ 100 ਰੁਪਈਆ ਜਾਂ 1000 ਰੁਪਈਆ ਆਮਦਨ ਹੈ ਕਿਸੇ NGO ਨੂੰ, ਅਤੇ ਉਹਦੇ ਵਿੱਚ 400-500 ਰੁਪਈਆ ਤਾਂ ਉਹਨਾਂ ਦੇ ਜਿਹੜਾ ਉਹ ਹੋਊਗਾ ਆਪਰੇਸ਼ਨਲ ਕੋਸਟ ਆਏਗੀ, ਉਹ ਆਏਗੀ 400-500 ਨਹੀਂ ਤਾਂ 200-300 ਕੋਸਟ ਤਾਂ ਉਹਨਾਂ ਦੀ ਹੋਏਗੀ, ਜਿਹੜੀ ਸਟਾਫ ਦੀ ਕੋਸਟ ਹੈ। ਹੁਣ ਅਸੀਂ ਉਹਨਾਂ ਨੂੰ ਸੇਵਾ ਤਾਂ ਨਹੀਂ ਮੰਨ ਸਕਦੇ, ਜਾਂ ਆਪਾਂ ਉਹ ਵਲੰਟੀਅਰ ਸੇਵਾ ਦਾ ਜਿਹੜਾ ਇੱਕ ਸਿਸਟਮ ਸੀਗਾ ਜਿਹਦੇ ਵਿੱਚੋਂ ਕਾਰ ਸੇਵਾ ਨਿਕਲੀ ਹੈ, ਉਸ ਚੀਜ਼ ਨਾਲ ਅਸੀਂ ਨਹੀਂ ਕੰਪੈਰੀਜ਼ਨ ਕਰ ਸਕਦੇ। ਅਤੇ ਉਸ ਤਰ੍ਹਾਂ ਦੀ ਜੇ ਅਸੀਂ ਆਸ ਵੀ ਰੱਖਦੇ ਹਾਂ, ਅਤੇ ਉਹ ਉਹਨਾਂ ਨਾਲ ਵੀ ਬੇਇਨਸਾਫੀ ਹੁੰਦੀ ਹੈ। ਅਤੇ ਇਹ ਭਾਈ ਸਾਹਿਬ ਜਿਹੜੇ ਸੀਗੇ ਉਹਨਾਂ ਚੀਜ਼ਾਂ 'ਤੇ, ਲੰਗਰਾਂ 'ਤੇ ਸਵਾਲ ਚੱਕਦੇ ਪਏ ਸੀਗੇ। ਅਤੇ ਫਿਰ ਇੱਕ ਇਹਨਾਂ ਨੂੰ ਹੁਣ ਅਮਰੀਕਾ ਪਿੱਛੇ ਜੇ, ਹਾਂ ਕੁਛ ਦਿਨ ਪਹਿਲਾਂ ਇਹਨਾਂ ਨੇ ਆਪਣੇ ਦੀਵਾਨ 'ਚ ਗੱਲ ਕੀਤੀ ਸੀ IPL ਦੀ ਟੋਨ 'ਚ, ਇਹ ਰਾਗੀ ਢਾਡੀ ਜਾਂ ਹੋਰ ਚੀਜ਼ਾਂ ਦੇ ਉਹ ਵੀ ਜੋਸ਼ ਜਿਹਾ ਛੱਡ ਦਿੰਦੇ ਆ, ਜਕਾਰੇ ਲਵਾ ਦਿੰਦੇ ਆ। ਇਹ ਮਤਲਬ ਕਿੱਡੀ ਹੋਛੀ ਜਿਹੀ ਗੱਲ ਹੈ। ਸੰਗੀਤ ਦੇ ਵੱਖ-ਵੱਖ ਪਹਿਲੂ ਹਨ, ਅਤੇ ਉਹਦਾ ਇੱਕ ਹਿੱਸਾ ਵੀਰ ਰਸ ਵੀ ਹੈ। ਅਤੇ ਦੁਨੀਆ ਵਿੱਚ ਜਿੱਦਾਂ ਆਪਾਂ ਦੇਖਦੇ ਹਾਂ, ਵੀਰ ਰਸ ਦੀ ਨੂੰ ਜਦ 6ਵੇਂ ਪਾਤਸ਼ਾਹ ਨੇ ਸਿੱਖਾਂ 'ਚ ਲੈ ਕੇ ਆਏ, ਢਾਡੀ ਪਰੰਪਰਾ ਸ਼ੁਰੂ ਕੀਤੀ, ਤਾਂ ਉਹਦਾ ਕੁਛ ਮੋਟਿਵ ਹੀ ਹੋਏਗਾ। ਉਹਦੇ ਵਿੱਚ ਇੱਕ ਰਾਜਨੀਤਿਕ ਜਾਂ ਵੀਰ ਰਸ ਭਰਨਾ, ਇੱਕ ਵਾਰੀਅਰ ਉਹਨਾਂ ਨੂੰ ਬਣਾਉਣਾ, ਯੋਧਾ ਉਹ ਤਿਆਰ ਕਰਨੇ, ਵੀਰ ਰਸ ਤਾਂ ਇਸ ਚੀਜ਼ ਲਈ ਹੈ। ਹੁਣ ਇਹ ਭਾਈ ਸਾਹਿਬ ਉਸ ਚੀਜ਼ ਨੂੰ ਕੰਪੇਅਰ ਕਰਦੇ ਪਏ ਹੈ ਉਹ IPL ਦੀ ਟੋਨ ਨਾਲ। ਅਤੇ
ਇਹ ਬਿਲਕੁਲ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਸੰਗੀਤ ਦੇ ਵੱਖ-ਵੱਖ ਪਹਿਲੂ ਹੁੰਦੇ ਹੈ, ਉਹਦੇ ਵਿੱਚ ਵੀਰ ਰਸ ਹੈ, ਇੱਕ ਕੁਛ ਧੁਨਾਂ ਹੁੰਦੀਆਂ ਰੋਮਾਂਸ ਦੀਆਂ ਹੋਊਗੀਆਂ, ਕੁਛ ਧੁਨਾਂ ਹੋਊਗੀਆਂ ਜਾਂ ਰਾਗ ਹੋਊਗੇ ਰੂਹਾਨੀਆਂ ਤਾਂ ਲੈ ਕੇ ਜਾਊਗੇ, ਅਲੱਗ-ਅਲੱਗ ਉਹਦੇ ਰੂਪ ਹੋਊਗੇ ਅਤੇ ਹਰੇਕ ਸੰਗੀਤ ਦਾ ਸਮਾਂ ਜਾਂ ਮੌਕਾ ਵੱਖ-ਵੱਖ ਹੁੰਦਾ ਹੈ। ਅਤੇ ਇਹ ਪਰ ਸਭ ਕੁਛ ਇੱਕੋ ਜਿਹਾ। ਹੁਣ ਵੀਰ ਰਸ ਦੇ ਵਿੱਚ ਕੀ ਇੱਕ ਨਰਤਕੀ ਦੇ ਪੈਰ ਦੇ ਘੁੰਘਰੂ ਦਾ ਸੰਗੀਤ ਕੀ ਵੀਰ ਰਸ ਪੈਦਾ ਕਰਦਾ? ਇਹਨਾਂ ਨੂੰ ਤਾਂ ਉਹ ਚੇਅਰ ਲੀਡਰ ਵੀ ਉਸ ਟੋਨ 'ਤੇ ਨਾਚ ਕਰਦੀਆਂ ਹੋਣਗੀਆਂ, ਉਹਦੇ ਵਿੱਚੋਂ ਵੀ ਇਹਨਾਂ ਨੂੰ ਜਕਾਰੇ ਵਾਲੀ ਭਾਵਨਾ ਦਿਖਦੀ ਹੈ। ਪਰ ਸਵਾਲ ਇਹ ਹੈ ਵੀ ਕੀ ਉਸ ਦੇ ਵਿੱਚੋਂ ਵੀਰ ਰਸ ਨਜ਼ਰ ਆ ਜਾਏਗਾ ਇਹੋ ਜਿਹੀ ਧੁਨਾਂ ਵਿੱਚੋਂ ਜਿਹੜੀਆਂ? ਹੁਣ ਇੱਕ ਨਗਾੜਾ ਜਦੋਂ ਵੱਜਦਾ ਹੈ ਉਹਦਾ ਇੱਕ ਔਰਾ ਹੀ ਅਲੱਗ ਹੁੰਦਾ ਹੈ। ਨਗਾੜਾ ਜੋ ਹੈ ਇੱਕ ਰਣ ਸਿੰਘਾ ਵੱਜਦਾ ਹੈ, ਉਹਦਾ ਇੱਕ ਮਾਹੌਲ ਹੀ ਹੋਰ ਹੁੰਦਾ। ਅਤੇ ਜਦੋਂ ਜਕਾਰਾ ਲੱਗਦਾ ਹੈ, ਇਹ ਤਾਂ ਦੁਨੀਆ ਦਾ ਇਤਿਹਾਸ ਹੈ ਵੀ ਇਹ ਦੇਖ ਲਓ ਵੀ ਸਲਾਦੀਨ ਲੜਦਾ ਪਿਆ ਸੀਗਾ, ਜਾਂ ਮੁਹੰਮਦ ਸਾਹਿਬ ਨੇ ਜੋ ਉਹ ਇਸਲਾਮ ਦੇ ਲਈ ਉਹਨਾਂ ਨੇ ਮਤਲਬ ਲੜਾਈਆਂ ਵੀ ਲੜੀਆਂ ਅਰਬ 'ਚ, ਜਾਂ ਅਰਬ ਤੋਂ ਕਈ ਕਾਫਲੇ, ਭਾਵੇਂ ਕਾਸਿਮ ਸੀਗਾ ਜਾਂ ਹੋਰ ਉਹ ਹੈ, ਉਹ ਨਾਅਰੇ ਲਾ ਕੇ ਜਾਂ ਆਪਣੇ ਜਕਾਰੇ ਛੱਡਦੇ ਹੋਏ ਉਹ ਇੱਥੇ ਤੱਕ ਪੁੱਜ ਗਏ। ਠੀਕ ਹੈ। ਅਤੇ ਇਹੀ ਗੱਲ ਸਿੱਖਾਂ ਦੇ ਵਿੱਚ ਸੀਗਾ ਵੀ ਜਦੋਂ ਲੜਦੇ ਸੀ ਜਾਂ ਜਕਾਰੇ ਛੱਡਦੇ ਸੀ, ਹੌਸਲੇ 'ਚ ਆਉਂਦੇ ਸੀਗੇ, ਅਤੇ ਮਤਲਬ ਉਹਨਾਂ 'ਚ ਬਾਗੀ ਨਾਲ ਟਕਰਾਉਣ ਦਾ ਇੱਕ ਸਪਿਰਿਟ ਪੈਦਾ ਹੁੰਦਾ ਸੀ, ਜੋਸ਼ ਹੁੰਦਾ ਸੀਗਾ। ਉਹਨਾਂ ਨੂੰ ਇਹ ਨਹੀਂ ਹੁੰਦਾ ਸੀ ਵੀ ਅਸੀਂ ਘੱਟ ਹੈ ਜਾਂ ਉਹ ਹੈ, ਇੱਕ ਬਿਨਾਂ ਰਾਜ ਸੱਤਾ ਤੋਂ ਲੋਕ ਆ। ਉਹ ਤਾਂ ਬਰਾਬਰੀ 'ਤੇ ਆ ਕੇ ਉਹ ਜਕਾਰਿਆਂ ਦਾ ਮਤਲਬ ਤਾਂ ਇਹੀ ਹੁੰਦਾ। ਅਤੇ ਈਵਨ ਇਹਨਾਂ ਦਾ ਜਿੱਦਾਂ ਇਹਨਾਂ ਨੂੰ ਮਾਰਕਸ ਵੀ ਚੰਗਾ ਲੱਗਦਾ ਹੈ ਜਾਂ ਹੋਰ ਵੱਖਰੀ ਉਹ ਕਮਿਊਨਿਸਟ ਉਹਦਾ ਵੀ ਉਹ ਹੈ ਵੀ ਨਾਅਰੇ ਜਕਾਰੇ ਤਾਂ ਉਹਦੇ ਵਿੱਚ ਵੀ ਹੈਗੇ ਆ। ਅਤੇ ਉਹਨਾਂ ਕੋਲੋਂ ਵੀ ਪੁੱਛ ਲੈਣ ਭਾਈ ਜਕਾਰੇ ਨਾਅਰੇ ਅਤੇ ਆ ਜਿਹੜੀਆਂ ਚਲਤਾਊ ਜੀਆਂ ਧੁਨਾਂ ਹੁੰਦੀਆਂ ਜਿਨ੍ਹਾਂ ਨੂੰ ਇਹ ਕਹਿੰਦੇ ਵੀ ਕੈਮ ਜਿਹਾ ਕਰ ਦਿੰਦੀ ਹੈ, ਅਤੇ ਉਹਦੇ ਵਿੱਚ ਕੀ ਫਰਕ ਹੈ? ਵੀ ਹੋ ਸਕਦਾ ਇਹਨਾਂ ਦਾ ਕੋਈ ਉਹ ਮਜ਼ਾਕੀਆ ਹੋਵੇ, ਪਰ ਹਰ ਜਗ੍ਹਾ ਮਜ਼ਾਕ ਨਹੀਂ ਹੁੰਦਾ। ਹਰੇਕ ਚੀਜ਼ ਨਾਲ ਤੁਸੀਂ ਮਜ਼ਾਕ ਨਹੀਂ ਕਰ ਸਕਦੇ। ਤੁਸੀਂ ਜਾਣ ਬੁੱਝ ਕੇ ਉਹ ਢਾਡੀ ਪਰੰਪਰਾ 'ਤੇ ਕਟਾਕਸ਼ ਕੀਤਾ, ਤੁਸੀਂ ਉਸ ਚੀਜ਼ ਨੂੰ ਨੀਵਾਂ ਕਰਨ ਦੀ ਗੱਲ ਕੀਤੀ ਹੈ। ਮੈਨੂੰ ਲੱਗਦਾ ਵੀ ਇਹ ਹੋ ਸਕਦਾ, ਮਤਲਬ ਮੈਂ ਨਹੀਂ ਇਹ ਦਾਅਵਾ ਕਰਦਾ, ਪਰ ਮੈਨੂੰ ਲੱਗਦਾ ਵੀ ਜੇਕਰ ਤੁਸੀਂ